ਸਰਕਾਰ ਵੱਲੋਂ ਫਿਲਹਾਲ ਕੀ ਪ੍ਰਪੋਜ਼ਲ ਜਿਹੜਾ ਦਿੱਤਾ ਗਿਆ ਮੁਆਵਜ਼ੇ ਨੂੰ ਲੈ ਕੇ ਤੇ ਕੀ ਮੰਗ ਤੁਹਾਡੀ ਹੈ ਜਿਹਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਜਿਹੜਾ ਤੁਸੀਂ ਲੜ ਰਹੇ ਹੋ? ਸਰਕਾਰ ਦਾ ਜਿਹੜਾ ਪ੍ਰਪੋਜ਼ਲ ਆ ਉਹ ਪੈਰ ਪੈਰ ਤੇ ਬਦਲ ਰਿਹਾ। ਜਿਵੇਂ ਜਿਵੇਂ ਸਾਡੀ ਜਥੇਬੰਦੀ ਦਾ ਦਬਾਅ ਵੱਧਦਾ ਜਾਂਦਾ ਤਿਵੇਂ ਉਹਨਾਂ ਦੇ ਪ੍ਰਪੋਜ਼ਲ 'ਚ ਬਦਲਾਅ ਤੁਰਿਆ ਆਉਂਦਾ। ਸ਼ੁਰੂ ਦੇ ਵਿੱਚ ਇਹ ਸਰਕਾਰ ਜਿਹੜੀ ਆ ਜੋ ਮਾਰਕੀਟ ਦਾ ਰੇਟ ਸੀ ਜਿਹਨੂੰ ਆਪਾਂ ਕਲੈਕਟਰ ਰੇਟ ਕਹਿ ਦਿੰਦੇ ਆ, ਮਾਰਕੀਟ ਰੇਟ ਨਹੀਂ ਸੀ ਸਾਨੂੰ ਦੇਣਾ ਚਾਹੁੰਦੀ, ਕਲੈਕਟਰ ਰੇਟ ਦਾ ਡਬਲ ਦੇਣਾ ਚਾਹੁੰਦੀ ਸੀ। ਫਰਜ਼ ਕਰੋ ਜੇ ਕਿਸੇ ਪਿੰਡ ਦਾ ਜ਼ਮੀਨ ਕਲੈਕਟਰ ਰੇਟ 8 ਲੱਖ ਰੁਪਈਆ ਵਾ ਤੇ ਸਿਰਫ ਕਹਿੰਦੇ ਤੁਹਾਨੂੰ 16 ਲੱਖ ਰੁਪਈਆ ਮਿਲੂਗਾ, ਉਹ ਤੋਂ ਵੱਧ ਨਹੀਂ ਸੀ ਦੇਣਾ ਚਾਹੁੰਦੀ। ਫਿਰ ਜਦੋਂ ਇਹ ਜਥੇਬੰਦੀ ਹੋਣ ਦੇ ਵਿੱਚ ਆਈ ਹੈ ਫਿਰ ਥੋੜਾ ਇਹਦਾ ਸੰਘਰਸ਼ ਕਰਦੇ ਇੰਨਾ ਫਰਕ ਪਿਆ ਵੀ ਅੱਜ ਉਹ ਜ਼ਮੀਨਾਂ ਦੇ ਰੇਟ ਜਿਹੜੇ ਉਹ ਕੁਝ ਵਧੇ ਨੇ। ਕਿਸਾਨਾਂ ਦੀ ਜ਼ਮੀਨ ਅਕਵਾਇਰ ਹੋਈ, ਪੈਸੇ ਵੀ ਆ ਗਏ, ਪਰ ਉਹ ਪੈਸੇ ਬਾਅਦ ਚ ਖਿੰਡ ਪੁੰਡ ਜਾਂਦੇ ਆ, ਜ਼ਮੀਨ ਬਣਦੀ ਨਹੀਂ। ਤਾਂ ਤੁਹਾਡੀ ਮੰਗ ਕੀ ਹੈ ਕਿ ਕਿੰਨੇ ਗੁਣਾ ਮੁਆਵਜ਼ਾ ਜਿਹੜਾ ਮਾਰਕੀਟ ਰੇਟ ਤੋਂ ਦਿੱਤਾ ਜਾਵੇ? ਪਹਿਲੀ ਗੱਲ ਤੇ ਇਹ ਹੈ ਵੀ ਜਿਹੜੀਆਂ ਸੜਕਾਂ ਸਰਕਾਰ ਕੱਢਦੀ ਹੈ, ਚਾਹੇ ਰੇਲਵੇ ਲਾਈਨਾਂ ਵਿਛਾਉਂਦੀ ਹੈ, ਉਹ 'ਚ ਲੋਕਾਂ ਦੀ ਕੋਈ ਰਾਏ ਨਹੀਂ ਲਈ ਜਾਂਦੀ ਹੈ। ਸਰਕਾਰ ਦੀ ਆਪਣੀ ਪਾਲਿਸੀ ਹੁੰਦੀ ਹੈ ਵੀ ਇੱਥੇ ਵੱਡੀ ਸੜਕ ਦੀ ਲੋੜ ਹੈ, ਇੱਥੇ ਰੇਲਵੇ ਲਾਈਨ ਦੀ ਲੋੜ ਆ, ਫਿਰ ਉਹਦੇ ਮੁਤਾਬਕ ਸਰਕਾਰ ਚਾਹੁੰਦੀ ਹੈ ਤੇ ਜ਼ਮੀਨ ਅਕਵਾਇਰ ਕਰ ਲੈਂਦੀ ਆ। ਪਰ ਇਹ ਪਹਿਲੀ ਵਾਰੀ ਹੋ ਰਿਹਾ ਕਿ ਜ਼ਮੀਨ ਖੋਈ ਜਾ ਰਹੀ ਹੈ, ਅਕਵਾਇਰ ਨਹੀਂ ਕੀਤੀ ਜਾ ਰਹੀ। ਮੇਰਾ ਇਹ ਖਿਆਲ ਆ, ਜਿੰਨਾ ਕਿ ਮੈਨੂੰ ਇਹਦੇ ਬਾਰੇ ਜਾਣਕਾਰੀ ਹੈ ਵੀ ਜਦੋਂ ਕਿਤੇ ਪਹਿਲੋਂ ਜ਼ਮੀਨਾਂ ਅਕਵਾਇਰ ਹੁੰਦੀਆਂ ਸੀ ਨਾ, ਉੱਥੇ ਇੱਕ ਕਮੇਟੀ ਬਣਦੀ ਹੁੰਦੀ ਸੀ ਜਿਹਦੇ ਵਿੱਚ ਹਲਕੇ ਦਾ MLA ਵੀ ਹੁੰਦਾ ਸੀ, ਡੀ.ਸੀ. ਸਾਹਿਬ ਵੀ ਹੁੰਦੇ ਸੀਗੇ, MP ਸਾਹਿਬ ਵੀ ਹੁੰਦੇ ਸੀਗੇ, ਹਲਕੇ ਦੇ ਚੰਗੇ ਨੁਮਾਇੰਦੇ ਜਿਹੜੇ ਬਿਠਾ ਕੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਇੱਥੇ ਜ਼ਮੀਨ ਦਾ ਕੀ ਰੇਟ ਆ, ਫਿਰ ਉਹ ਜ਼ਮੀਨ ਦਾ ਰੇਟ ਡਿਸਾਈਡ ਕੀਤਾ ਜਾਂਦਾ ਸੀ। ਔਰ ਪਹਿਲੀ ਵਾਰੀ ਇਹ ਹੋ ਰਿਹਾ ਵੀ ਤੁਸੀਂ ਕਿਸੇ ਵੀ MLA ਕੋਲ ਚਲ ਜਾਓ, ਕਿਸੇ ਮੰਤਰੀ ਸਾਹਿਬ ਦੇ ਕੋਲ ਚਲ ਜਾਓ, ਕਿਸੇ ਡੀ.ਸੀ. ਸਾਹਿਬ ਦੇ ਕੋਲ ਜਾਓ, ਕਿਸੇ ਦੇ ਕੋਲ ਵੀ ਚਲ ਜਾਓ, ਉਹਨਾਂ ਕੋਲ ਕੋਈ ਜਵਾਬ ਹੁੰਦਾ ਇਹ ਸਾਡੇ ਵਾਸਤੇ ਦੀ ਗੱਲ ਨਹੀਂ ਆ ਜੀ, ਇਹ ਸਾਰਾ ਜੋ ਕੁਝ ਵੀ ਕਰਨਾ SDM ਸਾਹਿਬ ਨੇ ਹੀ ਕਰਨਾ। ਨਾਲੋਂ ਨਾਲ ਇਹ ਵੀ ਗੱਲ ਇੱਕ ਵਾਰੀ ਆਈ ਸੀਗੀ ਕਿ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪਾ ਲਓ ਤੇ ਜ਼ਮੀਨਾਂ ਜਿਹੜੀਆਂ ਅਕਵਾਇਰ ਕਰ ਲਓ, ਸਿੱਧੇ ਖਾਤਿਆਂ 'ਚ ਪੈਸੇ ਪਾ ਦਿਓ। ਕੋਈ ਐਸੀ ਗੱਲਬਾਤ ਆਈ ਸੀ ਜਾਂ ਸਿਰਫ ਅਫਵਾਹ ਹੀ ਸੀ? ਨਹੀਂ, ਅਫਵਾਹ ਨਹੀਂ ਕੋਈ ਵੀ ਹੁੰਦੀ, ਗੱਲ ਜਦੋਂ ਕੋਈ ਚੱਲਦੀ ਆ ਉਦੋਂ ਹੀ ਗੱਲ ਨਿਕਲਦੀ ਆ, ਉਦੋਂ ਗੱਲ ਅੱਗੇ ਤੁਰਦੀ ਆ। ਬਿਲਕੁਲ ਇਹ ਗੱਲ ਸੀਗੀ, ਸਰਕਾਰ ਨੇ ਅੰਦਰ ਖਾਤੇ ਜਿਹੜੇ ਸੀ ਉਹ ਖਾਤੇ ਲੈਣੇ ਸ਼ੁਰੂ ਕਰ ਦਿੱਤੇ ਸੀ। ਬੈਂਕ ਮੈਨੇਜਰਾਂ ਨੂੰ ਇਹ ਗੱਲ ਕਹਿ ਦਿੱਤੀ ਸੀ ਜਾ ਕੇ ਪਿੰਡ ਖਾਤੇ ਖੋਲ੍ਹੋ, ਤੇ ਉਹਨਾਂ ਨੇ ਪੈਸੇ ਪਾਉਣ ਦੀ ਉਹਨਾਂ ਆਪਣੀ ਤਿਆਰੀ ਕੀਤੀ ਸੀ। ਪਰ ਜਦੋਂ ਦੀ ਇਹ ਸਾਡੀ ਜਥੇਬੰਦੀ ਹੋਣ ਦੇ ਵਿੱਚ ਆਈ ਹੈ, ਸਰਕਾਰ ਨੂੰ ਇਸ ਗੱਲ ਦਾ ਡਰ ਵੀ ਹੈਗਾ ਕਿ ਇਸ ਵੇਲੇ ਕਿਸਾਨ ਜਿਹੜੇ ਨੇ ਉਹ ਜਾਗਰੂਕ ਹੋਏ ਨੇ, ਪਹਿਲਾਂ ਵਾਲੇ ਕਿਸਾਨ ਨਹੀਂ ਰਹੇ, ਆਪਣੇ ਨਫੇ ਨੁਕਸਾਨ ਨੂੰ ਸਮਝਦੇ ਨੇ। ਸਰਕਾਰ ਦੁਚਿੱਤੀ ਦੇ ਵਿੱਚ ਵੀ ਕਰੇ ਤੇ ਕੀ ਨਾ ਕਰੇ। ਪਹਿਲਾਂ ਤੁਸੀਂ ਮੁਆਵਜ਼ੇ ਦੀ ਲੜਾਈ ਲੜ ਰਹੇ ਹੋ, ਹਲੇ ਇਹ ਲੜਾਈ ਚੱਲ ਰਹੀ ਹੈ, ਸਰਕਾਰ ਮੰਗਾਂ ਜਦੋਂ ਮੰਨਦੀ ਹੈ ਦੇਖਦੇ ਆ, ਪਰ ਇਸ ਤੋਂ ਇਲਾਵਾ ਕਿੰਨੇ ਕੁ ਕਿਸਾਨ ਉਹ ਨੇ ਜਿਨ੍ਹਾਂ ਦੀ ਅੱਧੀ ਜ਼ਮੀਨ ਆਉਂਦੀ ਹੈ ਜਾਂ ਬਹੁਤ ਥੋੜੀ ਸਾਈਡ ਤੇ ਰਹਿ ਜਾਂਦੀ ਹੈ? ਉਹ ਕਿੰਨੇ ਕੁ ਕਿਸਾਨ ਨੇ, ਉਹਨਾਂ ਦੀਆਂ ਸਮੱਸਿਆਵਾਂ ਕਿਹੋ ਜਿਹੀਆਂ ਨੇ? ਇਹਦੇ ਬਾਰੇ ਵੇਖੋ ਜੀ, ਜਿਹੜੀ ਜ਼ਮੀਨ ਨਾ ਕਰੀ ਆ, ਕੋਈ ਕਿਸਾਨ ਇਹੋ ਜਿਹਾ ਹੈ ਹੀ ਨਹੀਂਗਾ ਜਿਹਦੀ ਜ਼ਮੀਨ ਜਿਹੜੀ ਵਿੱਚ ਪੂਰੀ ਆ ਗਈ ਆ ਤੇ ਉਹਦਾ ਕੰਮ ਜਿਹੜਾ ਖਤਮ ਹੋ ਗਿਆ ਵਾ। ਤਕਰੀਬਨ 90% ਕਿਸਾਨ ਇਹੋ ਜਿਹੇ ਆ ਜਿਹਦੇ ਜ਼ਮੀਨ ਦੇ ਵਿੱਚ ਦੀ ਰੋਡ ਨਿਕਲਦਾ ਵਾ, ਉਹ ਸੱਜੇ ਖੱਬੇ ਦੋਵੇਂ ਪਾਸੇ ਜਾਂ ਇੱਕ ਪਾਸੇ ਉਹ ਜ਼ਰੂਰ ਰਹਿੰਦੀ ਆ। ਜਿਹੜੇ ਜ਼ਮੀਨਾਂ ਨਾਲ ਸੰਬੰਧਿਤ ਕਿਸਾਨ ਆ ਜਿਨ੍ਹਾਂ ਦੀ ਜ਼ਮੀਨ ਦੇ ਵਿੱਚੋਂ ਹਾਈਵੇਜ਼ ਗੁਜ਼ਰ ਰਹੇ ਆ, ਉਹਨਾਂ ਨੇ ਜੋਗਿੰਦਰ ਸਿੰਘ ਉਗਰਾਹਾਂ ਦੇ ਨਾਲ ਵੀ ਮੀਟਿੰਗ ਕੀਤੀ ਸੀ, ਬਾਕੀ ਲੀਡਰਸ਼ਿਪ ਦੇ ਨਾਲ ਵੀ ਕੀਤੀ ਸੀ। ਤਾਂ ਕਿਸਾਨ ਜਥੇਬੰਦੀਆਂ ਦਾ ਕਿਹੋ ਜਿਹਾ ਰਿਸਪੌਂਸ ਜਿਹੜਾ ਤੁਹਾਨੂੰ ਰਿਹਾ? ਦੇਖੋ ਜੀ, ਜਿਹੜੀ ਜ਼ਮੀਨ ਇਹ ਆ ਰਹੀ ਹੈ ਇਹ ਵੀ ਤਾਂ ਕਿਸਾਨਾਂ ਦੀ ਆ ਰਹੀ ਆ, ਉਹੀ ਕਿਸਾਨ ਆ, ਅਸੀਂ ਕਿਸਾਨ ਆ ਜਿਹੜੇ ਵਿੱਚ ਜਿਹੜੇ ਉਹ ਪਹਿਲਾਂ ਅਸੀਂ ਉਹ ਸ਼ੁਰੂ ਤੋਂ ਜਿਹੜੇ ਕਿ ਨਹੀਂ ਕਿਸਾਨ ਜਿਹੜੀ ਸਾਡੀ ਜਥੇਬੰਦੀਆਂ ਬਣੀਆਂ ਸੀ, ਹੁਣ ਵੀ ਅੱਜ ਵੀ ਜਿਹੜੇ ਇਸ ਜਿਹੜਾ ਅੱਜ ਰੋਸ ਧਰਨਾ ਜਿਹੜਾ ਇੱਥੇ ਅੱਜ ਵੱਜ ਰਿਹਾ ਜੀ ਮੋਹਾਲੀ ਦੇ ਵਿੱਚ, ਇਹਦੇ ਵਿੱਚ ਤਕਰੀਬਨ ਜਿਹੜੀਆਂ 32 ਜਥੇਬੰਦੀਆਂ ਹੀ ਆ, ਜਿਹੜਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਬਣਿਆ ਵਾ ਉਹ ਸਾਰਾ ਇੱਥੇ ਆਇਆ ਹੋਇਆ ਜੀ। ਪਟਿਆਲੇ ਵੀ ਸਾਡੇ ਨਾਲ ਜਿਹੜਾ ਉਹਨਾਂ ਨੇ ਪੂਰਾ ਸਾਥ ਦਿੱਤਾ ਸੀ ਜੀ। ਅੱਜ ਦੇ ਦਿਨ ਦੇ ਵਿੱਚ ਸਾਡੇ 32 ਜਥੇਬੰਦੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਵਾ ਉਹ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਜੀ। ਬਿਲਕੁਲ ਜੋ ਸਾਡਾ ਜਿਹੜਾ ਤੁਸੀਂ ਮੁਆਵਜ਼ੇ ਦੀ ਗੱਲ ਕਰਦੇ ਤੇ ਉਹ ਅਸੀਂ ਮੰਗ ਕੀ ਰਹੇ ਹਾਂ? ਕੁਛ ਨਹੀਂ ਮੰਗ ਰਹੇ, ਅਸੀਂ ਮੰਗ ਰਹੇ ਹਾਂ ਜੋ ਉੱਥੇ ਮਾਰਕੀਟ ਰੇਟ ਆ ਉਹਦੇ ਮੁਤਾਬਕ ਸਾਨੂੰ ਦਿੱਤਾ ਜਾਵੇ, ਜਿਹੜਾ ਸਾਨੂੰ ਮੁਆਵਜ਼ਾ ਦਿੱਤਾ ਜਾਵੇ। ਤੇ ਚਲੋ ਜੋ ਸਾਡੇ ਉਹ ਹੱਕ ਬਣਦੇ ਉਹ ਤਾਂ ਬਣਦੇ ਹੀ ਆ। ਸਾਨੂੰ ਜਿਹੜਾ ਅਸਲ ਮਾਰਕੀਟ ਜਿਹੜਾ ਰੇਟ ਆ, ਇਹਨਾਂ ਦੇ ਪਹਿਲੀ ਗੱਲ ਤਾਂ ਜਿਹੜੀ ਮਾਰਕੀਟ ਰੇਟ ਦੀ ਜਿਹੜੀ ਡੈਫੀਨੇਸ਼ਨ ਵਿਗਾੜ ਦਿੱਤੀ ਆ, ਕਿਉਂਕਿ ਮਾਰਕੀਟ ਜਿਹੜੀ ਰੇਟ ਹੁੰਦੀ ਆ ਜੋ ਮਾਰਕੀਟ ਵਿੱਚ ਚੱਲਦਾ ਉਹ ਮਾਰਕੀਟ ਹੁੰਦੀ ਆ, ਪਰ ਇਹਨਾਂ ਨੇ ਆਪਣੇ ਐਕਟ ਦੇ ਵਿੱਚ ਜਿਹੜੀ ਕਿ ਉਹ ਡੈਫੀਨੇਸ਼ਨ ਜਿਹੜੀ ਵਿਗਾੜ ਦਿੱਤੀ ਆ। ਇਹ ਮਾਰਕੀਟ ਵੈਲਿਊ ਜਿਹੜੀ ਆ ਉਹ ਜਿਹੜਾ ਕਲੈਕਟਰ ਰੇਟ ਹੁੰਦਾ ਉਹਨੂੰ ਮਾਰਕੀਟ ਵੈਲਿਊ ਮਾਰ ਕੇ ਬੈਠਿਆ, ਉਹਦੇ ਮੁਤਾਬਕ ਸਾਨੂੰ ਜਿਹੜੇ ਜ਼ਿਆਦਾ ਭੱਤਾ ਦੇ ਰਿਹਾ ਹੈ। ਦਿੱਲੀ ਦੇ ਬਾਰਡਰਾਂ ਤੇ 3 ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨੀ ਸੰਘਰਸ਼ ਜਿਹੜਾ ਉਹ ਪਿਛਲੇ 9 ਮਹੀਨਿਆਂ ਤੋਂ ਚੱਲ ਰਿਹਾ ਹੈ। ਪਰ ਇਸੇ ਦੌਰਾਨ ਹੀ ਪੰਜਾਬ ਦੇ ਵਿੱਚ
ਕਿਸਾਨ ਜਿਹੜੇ ਨੇ ਉਹ ਆਪਣੀਆਂ ਜ਼ਮੀਨਾਂ ਬਚਾਉਣ ਦੇ ਲਈ ਵੀ ਲੜਾਈ ਲੜ ਰਹੇ ਨੇ, ਕਿਉਂਕਿ ਭਾਰਤ ਵਰਨਮਾਲਾ ਪ੍ਰੋਜੈਕਟ ਜਿਹੜਾ ਕੇਂਦਰ ਸਰਕਾਰ ਵੱਲੋਂ ਲਿਆਂਦਾ ਗਿਆ ਹੈ, ਉਸ ਤਹਿਤ ਵੱਡੇ ਹਾਈਵੇਜ਼ ਜਿਹੜੇ ਨੇ ਉਹ ਪੰਜਾਬ ਦੇ ਵਿੱਚੋਂ ਵੀ ਗੁਜ਼ਰਨੇ ਨੇ, ਜਿਹਦੇ 'ਚ ਸਰਕਾਰ ਦਾ ਚਾਰੇ ਮਹਾਨਗਰਾਂ ਨੂੰ ਵੱਡੇ ਹਾਈਵੇਜ਼ ਦੇ ਨਾਲ ਜੋੜਨ ਦਾ ਪਲਾਨ ਹੈ। ਇਹ ਹਾਈਵੇਜ਼ ਇਹ ਵਿਲੱਖਣ ਵੀ ਨੇ ਕਿਉਂਕਿ ਇਹ ਧਰਤੀ ਤੋਂ 10-12 ਫੁੱਟ ਉੱਚੇ ਵੀ ਹੋਣਗੇ, ਚੌੜੇ ਵੀ ਹੋਣਗੇ। ਤਾਂ ਇਹ ਜਿੰਨਾ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਉਹ ਕਦੇ ਇਹਨਾਂ ਹਾਈਵੇਜ਼ ਤੇ ਚੜ੍ਹ ਸਕਣਗੇ ਜਾਂ ਨਹੀਂ, ਇਹ ਇੱਕ ਵੱਖਰਾ ਸਵਾਲ ਹੈ। ਪਰ ਜੇ ਉਹਨਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਤਾਂ ਉਹਨਾਂ ਨੂੰ ਮੁਆਵਜ਼ਾ ਜਿਹੜਾ ਹੈ ਉਹ ਪੂਰਾ ਮਿਲਣਾ ਚਾਹੀਦਾ ਹੈ। ਇਹਦੀ ਲੜਾਈ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦੇ ਘਿਰਾਓ ਤੋਂ ਲੈ ਕੇ ਤੇ ਉਹਨਾਂ ਤੇ ਮੀਟਿੰਗਾਂ ਨਾ ਕਰਨ, ਮੁੱਦੇ ਨੂੰ ਇਗਨੋਰ ਕਰਨ ਦੀਆਂ ਗੱਲਾਂ ਨੂੰ ਲੈ ਕੇ ਲਗਾਤਾਰ ਇਹ ਲੜਾਈ ਜਾਰੀ ਹੈ। ਤੇ ਅੱਜ ਜ਼ਿਲ੍ਹਾ ਪੱਧਰੀ ਕੰਪਲੈਕਸ ਜਿਹੜੇ ਨੇ ਪੰਜਾਬ ਦੇ ਵਿੱਚ, ਉੱਥੇ ਧਰਨੇ ਦੇਣ ਦਾ ਪ੍ਰੋਗਰਾਮ ਇਸ ਕਮੇਟੀ ਵੱਲੋਂ ਉਲੀਕਿਆ ਗਿਆ ਸੀਗਾ, ਜਿੱਥੇ ਕਿ ਪੂਰੇ ਪੰਜਾਬ ਤੋਂ ਕਿਸਾਨ ਸ਼ਮੂਲੀਅਤ ਵੀ ਕਰ ਰਹੇ ਨੇ ਤੇ ਨਾਲੋਂ ਨਾਲ ਇੱਕੋ ਹੀ ਮੰਗ ਫਿਰ ਤੋਂ ਦੁਹਰਾ ਰਹੇ ਨੇ ਕਿ ਸਰਕਾਰ ਨੇ ਜੇ ਜ਼ਮੀਨਾਂ ਅਕਵਾਇਰ ਕਰਨੀਆਂ ਨੇ ਜੋ ਕਿ ਉਪਜਾਊ ਜ਼ਮੀਨਾਂ ਨੇ, ਕੁਝ ਜਗ੍ਹਾ ਤੇ ਸ਼ਹਿਰੀ ਜ਼ਮੀਨਾਂ ਵੀ ਨੇ, ਤਾਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਜਿਹੜਾ ਪੂਰਾ ਦਿੱਤਾ ਜਾਵੇ। ਸਾਡੇ ਨਾਲ ਕਿਸਾਨ ਵੀ ਨੇ। ਸਭ ਤੋਂ ਪਹਿਲਾਂ ਇਹ ਪਤਾ ਕਰਦੇ ਹਾਂ ਕਿ ਇਹ ਪੰਜਾਬ ਦੇ ਕਿਹੜੇ ਹਿੱਸੇ ਤੋਂ ਆਏ ਨੇ। ਕੀ ਨਾਮ ਹੈ ਜੀ ਤੁਹਾਡਾ? ਅਸੀਂ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਲੋਪੋਗੇ, ਹਲਕਾ ਰਾਜਾ ਸਾਂਸੀ, ਪਿੰਡ ਅਦਲੀਵਾਲ, ਲਦੇ, ਰਾਣੇਵਾਲੀ। ਇਹ ਬਿਲਕੁਲ ਨਗਰ ਪੰਚਾਇਤ ਰਾਜਾ ਸਾਂਸੀ ਦੇ 1 ਕਿਲੋਮੀਟਰ ਦੇ ਏਰੀਏ ਦੇ ਪੈਣ ਵਾਲੇ ਪਿੰਡ ਨੇ। ਅਦਲੀਵਾਲ ਪਿੰਡ ਤੋਂ ਆਏ? ਹਾਂਜੀ ਹਾਂਜੀ, ਅਸੀਂ ਆ ਸਾਰੇ ਅਦਲੀਵਾਲ ਤੋਂ ਜੀ, ਲਦੇਜ ਤੋਂ, ਰਾਣੇਵਾਲੀ ਤੋਂ, ਇਹ ਸਾਰੇ 3-4 ਪਿੰਡ ਸਾਡੇ ਜਿਹੜੇ ਕਮੇਟੀ ਦੇ ਅੰਦਰ ਨੇ, ਸਾਰੇ ਕਾਰਪੋਰੇਸ਼ਨ ਕਮੇਟੀ ਦੇ ਅੰਦਰ ਨੇ, ਸਾਰੇ 3 ਕਿਲੋਮੀਟਰ ਅੰਦਰ ਨੇ। ਸਾਰੀ ਜ਼ਮੀਨ ਜਿਹੜੀ ਆ ਜਾਇਦਾਦ, ਜਿੰਨੀ ਵੀ ਸਾਡੀ ਜ਼ਮੀਨ ਆ ਉਹ ਸਾਰੀ ਕਮਰਸ਼ੀਅਲ ਜ਼ਮੀਨ ਆ। ਤਾਂ ਕਮਰਸ਼ੀਅਲ ਜ਼ਮੀਨ ਹੈ ਕਿਉਂਕਿ ਆਮ ਖੇਤੀ ਵਾਲੀ ਜ਼ਮੀਨ ਤੇ ਜਿਹੜੀ ਸ਼ਹਿਰੀ ਕਾਰਪੋਰੇਸ਼ਨ ਦੇ ਨਾਲ ਲੱਗਦੇ ਜਿਹੜੇ ਪਿੰਡ ਨੇ ਉਹਨਾਂ ਦੀ ਜ਼ਮੀਨ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਉਹਦੀ ਮਾਰਕੀਟ ਵੈਲਿਊ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਹੈ ਤੇ ਭਵਿੱਖ ਦੇ ਵਿੱਚ ਜਿਉਂ-ਜਿਉਂ ਸ਼ਹਿਰ ਨੇ ਵਿਕਾਸ ਕਰਨਾ ਤਾਂ ਉਹ ਜ਼ਮੀਨ ਜਿਹੜੀ ਆ ਉਹ ਸ਼ਹਿਰੀ ਜ਼ਮੀਨ ਦੇ ਵਿੱਚ ਤਬਦੀਲ ਹੋਣੀ ਹੈ। ਹੁਣ ਮੁੱਦੇ ਦੀ ਗੱਲ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਕਰਦੇ ਆ। ਸਰਕਾਰ ਵੱਲੋਂ ਫਿਲਹਾਲ ਕੀ ਪ੍ਰਪੋਜ਼ਲ ਜਿਹੜਾ ਦਿੱਤਾ ਗਿਆ ਮੁਆਵਜ਼ੇ ਨੂੰ ਲੈ ਕੇ ਤੇ ਕੀ ਮੰਗ ਤੁਹਾਡੀ ਹੈ ਜਿਹਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਜਿਹੜਾ ਤੁਸੀਂ ਲੜ ਰਹੇ ਹੋ? ਸਰਕਾਰ ਦਾ ਜਿਹੜਾ ਪ੍ਰਪੋਜ਼ਲ ਆ ਉਹ ਪੈਰ ਤੇ ਬਦਲ ਰਿਹਾ। ਜਿਵੇਂ ਜਿਵੇਂ ਸਾਡੀ ਜਥੇਬੰਦੀ ਦਾ ਦਬਾਅ ਵੱਧਦਾ ਜਾਂਦਾ ਤਿਵੇਂ ਉਹਨਾਂ ਦੇ ਪ੍ਰਪੋਜ਼ਲ 'ਚ ਬਦਲਾਅ ਤੁਰਿਆ ਆਉਂਦਾ। ਸ਼ੁਰੂ ਦੇ ਵਿੱਚ ਇਹ ਸਰਕਾਰ ਜਿਹੜੀ ਆ ਜੋ ਮਾਰਕੀਟ ਦਾ ਰੇਟ ਸੀ, ਜਿਹਨੂੰ ਆਪਾਂ ਕਲੈਕਟਰ ਰੇਟ ਕਹਿ ਦਿੰਦੇ ਆ, ਮਾਰਕੀਟ ਰੇਟ ਨਹੀਂ ਸੀ ਸਾਨੂੰ ਦੇਣਾ ਚਾਹੁੰਦੀ, ਕਲੈਕਟਰ ਰੇਟ ਦਾ ਡਬਲ ਦੇਣਾ ਚਾਹੁੰਦੀ ਸੀ। ਫਰਜ਼ ਕਰੋ ਜੇ ਕਿਸੇ ਪਿੰਡ ਦਾ ਜ਼ਮੀਨ ਕਲੈਕਟਰ ਰੇਟ 8 ਲੱਖ ਰੁਪਈਆ ਵਾ ਤੇ ਸਿਰਫ ਕਹਿੰਦੇ ਤੁਹਾਨੂੰ 16 ਲੱਖ ਰੁਪਈਆ ਹੀ ਮਿਲੂਗਾ, ਉਹ ਤੋਂ ਵੱਧ ਨਹੀਂ ਸੀ ਦੇਣਾ ਚਾਹੁੰਦੀ। ਫਿਰ ਜਦੋਂ ਇਹ ਜਥੇਬੰਦੀ ਹੋਣ ਦੇ ਵਿੱਚ ਆਈ ਹੈ ਫਿਰ ਥੋੜਾ ਇਹਦਾ ਸੰਘਰਸ਼ ਕਰਨ ਦਾ ਇੰਨਾ ਫਰਕ ਪਿਆ ਵੀ ਅੱਜ ਉਹ ਜ਼ਮੀਨਾਂ ਦੇ ਰੇਟ ਜਿਹੜੇ ਉਹ ਕੁਝ ਵਧੇ ਨੇ। ਤਾਂ ਨਾਲੋਂ ਨਾਲ ਮੀਟਿੰਗ ਹੋਈ ਮੁੱਖ ਮੰਤਰੀ ਦੇ ਨਾਲ ਇਸ ਮਸਲੇ ਨੂੰ ਲੈ ਕੇ, ਜਾਂ ਕੈਬਨਿਟ ਵਜ਼ੀਰਾਂ ਦੇ ਨਾਲ ਮੀਟਿੰਗ ਹੋਈ? ਕਿਹਦੇ ਨਾਲ ਮੀਟਿੰਗ ਹੋਈ? ਜਿੱਥੇ ਇਹ ਮੁੱਦਾ ਕਿਹੜੇ ਪਲੇਟਫਾਰਮਸ ਤੇ ਚੱਕਿਆ ਗਿਆ? ਇਹ ਇਸ ਤਰ੍ਹਾਂ ਜੀ, ਸਾਡੇ ਪੰਜਾਬ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢਿੱਲੋਂ ਜੀ, ਜੀ ਡਿੱਕੀ ਭਾਜੀ ਤੇ ਉਹਨਾਂ ਦੇ ਨਾਲ ਜਿਹੜੇ ਹੋਰ ਸਾਡੇ ਜ਼ਿਲ੍ਹਾ ਪ੍ਰਧਾਨ ਨੇ, ਸਾਰੇ ਵੱਖ-ਵੱਖ ਸਮੇਂ ਤੇ ਵੱਖ-ਵੱਖ ਨੁਮਾਇੰਦਿਆਂ ਨੂੰ ਮਿਲਦੇ ਰਹੇ ਨੇ। ਸਭ ਤੋਂ ਜ਼ਿਆਦਾ ਜੇ ਸਾਡੀ ਸਪੋਰਟ ਕੀਤੀ ਹੈ ਤਾਂ ਉਹ ਕੀਤੀ ਹੈ ਰਾਣਾ ਗੁਰਜੀਤ ਸਿੰਘ ਜੀ ਨੇ। ਉਹਨਾਂ ਨੇ ਸਾਡੀਆਂ 3 ਮੀਟਿੰਗਾਂ ਦਾ ਅਰੇਂਜ ਜਿਹੜਾ ਉਹ ਕੈਪਟਨ ਸਾਹਿਬ ਦੇ ਨਾਲ ਕਰਵਾਇਆ ਔਰ ਸਾਡੀ ਗੱਲਬਾਤ ਜਿਹੜੀ ਪੰਜਾਬ ਸਰਕਾਰ ਦੇ ਨਾਲ ਚੱਲੀ ਹੈ। ਤੁਹਾਡੀ ਮੰਗ ਕੀ ਹੈ? ਤੁਸੀਂ ਕਿੰਨਾ ਮੁਆਵਜ਼ਾ ਮੰਗਦੇ ਹੋ ਕਿ ਜਿਹੜਾ ਸਰਕਾਰ ਦਾ ਪ੍ਰਪੋਜ਼ਲ ਹੈ ਰੇਟ ਦੇ ਹਿਸਾਬ ਨਾਲ ਉਹ ਤੋਂ ਕਿੰਨੇ ਗੁਣਾ ਮੰਗਦੇ ਹੋ? ਕਿਉਂਕਿ ਜੇ ਜ਼ਮੀਨ ਅਕਵਾਇਰ ਹੋ ਰਹੀ ਹੈ ਤਾਂ ਕਿਸਾਨਾਂ ਦਾ ਉਜਾੜਾ ਹੋ ਰਿਹਾ, ਕਿਉਂਕਿ ਕਿਸਾਨੀ ਜਿਹੜੀ ਹੈ ਉਹ ਜ਼ਮੀਨ ਦੇ ਨਾਲ ਜੁੜੀ ਹੋਈ ਹੈ, ਰੋਜੀ ਰੋਟੀ ਉੱਥੋਂ ਚੱਲਦੀ ਹੈ। ਜੇ ਇੱਕ ਵਾਰੀ ਉਜਾੜਾ ਹੋ ਜੇ, ਪੈਸੇ ਬੇਸ਼ੱਕ ਆ ਜਾਣ, ਪਰ ਪੰਜਾਬ 'ਚ ਬਹੁਤ ਐਸੀਆਂ ਉਦਾਹਰਨਾਂ ਹੈਗੀਆਂ ਜਿੱਥੇ ਕਿ ਕਿਸਾਨਾਂ ਦੀ ਜ਼ਮੀਨ ਅਕਵਾਇਰ ਹੋਈ, ਪੈਸੇ ਵੀ ਆ ਗਏ ਪਰ ਉਹ ਪੈਸੇ ਬਾਅਦ 'ਚ ਖਿੰਡ-ਪੁੰਡ ਜਾਂਦੇ ਆ, ਜ਼ਮੀਨ ਬਣਦੀ ਨਹੀਂ। ਤਾਂ ਤੁਹਾਡੀ ਮੰਗ ਕੀ ਹੈ ਕਿ ਕਿੰਨੇ ਗੁਣਾ ਮੁਆਵਜ਼ਾ ਜਿਹੜਾ ਮਾਰਕੀਟ ਰੇਟ ਤੋਂ ਦਿੱਤਾ ਜਾਵੇ? ਪਹਿਲੀ ਗੱਲ ਤੇ ਇਹ ਹੈ ਵੀ ਜਿਹੜੀਆਂ ਸੜਕਾਂ ਸਰਕਾਰ ਕੱਢਦੀ ਹੈ, ਚਾਹੇ ਰੇਲਵੇ ਲਾਈਨਾਂ ਵਿਛਾਉਂਦੀ ਹੈ, ਉਹ 'ਚ ਲੋਕਾਂ ਦੀ ਕੋਈ ਰਾਏ ਨਹੀਂ ਲਈ ਜਾਂਦੀ ਹੈ। ਸਰਕਾਰ ਦੀ ਆਪਣੀ ਪਾਲਿਸੀ ਹੁੰਦੀ ਹੈ ਵੀ ਇੱਥੇ ਵੱਡੀ ਸੜਕ ਦੀ ਲੋੜ ਹੈ, ਇੱਥੇ ਰੇਲਵੇ ਲਾਈਨ ਦੀ ਲੋੜ ਆ, ਫਿਰ ਉਹਦੇ ਮੁਤਾਬਕ ਸਰਕਾਰ ਚਾਹੁੰਦੀ ਹੈ ਤੇ ਜ਼ਮੀਨ ਅਕਵਾਇਰ ਕਰ ਲੈਂਦੀ ਆ। ਪਰ ਇਹ ਪਹਿਲੀ ਵਾਰੀ ਹੋ ਰਿਹਾ ਕਿ ਜ਼ਮੀਨ ਖੋਈ ਜਾ ਰਹੀ ਹੈ, ਅਕਵਾਇਰ ਨਹੀਂ ਕੀਤੀ ਜਾ ਰਹੀ। ਅੱਜ ਤੋਂ 7-8 ਸਾਲ ਪਹਿਲੇ 2013-14 ਦੇ ਵਿੱਚ ਅਕਾਲੀ ਸਰਕਾਰ ਵੇਲੇ ਜਿਹੜੀ ਜ਼ਮੀਨਾਂ ਅਕਵਾਇਰ ਹੋਈਆਂ ਨੇ ਉੱਥੇ 1.25 ਕਰੋੜ ਤੋਂ ਲੈ ਕੇ 6 ਕਰੋੜ ਰੁਪਏ ਤੱਕ ਜ਼ਮੀਨ ਦੇ ਹਿਸਾਬ ਦੇ ਨਾਲ ਪੈਸੇ ਦਿੱਤੇ ਗਏ ਨੇ। ਜਿਹੜੀ ਇਹ ਹੁਣ ਇਹਨਾਂ ਦੀ ਪਾਲਿਸੀ ਬਣਾਈ ਆ, ਇਹ ਇੱਕ ਇੰਡੀਆ ਲੈਵਲ ਦੀ ਪਾਲਿਸੀ ਬਣਾ ਲਈ ਇਹਨਾਂ ਨੇ। ਪੰਜਾਬ ਦੀ ਜਿਹੜੀ ਜ਼ਮੀਨ ਹੈ ਉਹ ਸਾਰੇ ਸੂਬਿਆਂ ਦੇ ਨਾਲੋਂ ਜ਼ਿਆਦਾ ਜਿਹੜੀ ਆ ਉਹ ਚੰਗੀ ਜ਼ਮੀਨ ਹੈ, ਚੰਗੀ ਕੁਆਲਿਟੀ ਦੀ ਜ਼ਮੀਨ ਹੈ। ਇੱਥੇ ਹਰ ਤਰ੍ਹਾਂ ਦਾ ਵਾਤਾਵਰਨ ਮਿਲਦਾ ਔਰ ਉੱਥੇ ਇਹ ਪੰਜਾਬ ਦੇ ਨਾਲ ਦੀ ਜ਼ਮੀਨ, ਪਾਣੀ, ਹਵਾ, ਇੱਥੇ ਇਹਦੇ ਨਾਲ ਦਾ ਕੋਈ ਸਟੇਟ ਮੁਕਾਬਲਾ ਨਹੀਂ ਕਰ ਸਕਦੀ। ਹੁਣ ਜੋ ਰੇਟਾਂ ਦੀ ਗੱਲ ਆਉਂਦੀ ਹੈ, ਜੇ ਦੂਜੀਆਂ ਸਟੇਟਾਂ ਦਾ ਰੇਟ 50 ਲੱਖ ਰੁਪਏ ਤਾਂ ਸਾਡਾ ਆਟੋਮੈਟਿਕਲੀ 2 ਕਰੋੜ ਰੁਪਈਆ ਪੰਜਾਬ ਦਾ ਚਾਹੀਦਾ, ਕਿਉਂਕਿ ਪੰਜਾਬ ਵਰਗਾ ਕੋਈ ਵੀ ਸੂਬਾ ਨਹੀਂ ਹੈਗਾ। ਇਸ ਵਾਸਤੇ ਜਿਹੜਾ ਸਰਕਾਰ ਸਾਨੂੰ ਰੇਟ ਦੇਣਾ ਚਾਹੁੰਦੀ ਹੈ ਦੇ ਰਹੀ, ਅਸੀਂ ਉਹਨੂੰ
ਇੱਕ ਰਿਜੈਕਟ ਕਰਦੇ ਹਾਂ ਤੇ ਅਸੀਂ ਕਹਿੰਦੇ ਵੀ ਸਰਕਾਰ ਨਵੇਂ ਸਿਰੋਂ ਸਾਡੀ ਪੰਜਾਬ ਦੀ ਜਿਹੜੀ ਕਮੇਟੀ ਬਣੀ ਆ ਉਹਦੇ ਨਾਲ ਗੱਲ ਕਰਕੇ ਸਾਡੇ ਰੇਟ ਨਵੇਂ ਸਿਰੋਂ ਸਾਨੂੰ ਦਿੱਤੇ ਜਾਣ। ਇਹ ਜਿਹੜੇ ਰੇਟ ਨੇ, ਕਿਉਂਕਿ ਜਿਹੜੇ ਰੂਲ ਐਂਡ ਰੈਗੂਲੇਸ਼ਨ ਪਹਿਲਾਂ ਸੀਗੇ ਕਿ ਸੈਂਟਰ ਗਵਰਨਮੈਂਟ ਰੋਡਸ ਬਣਾਉਂਦੀ ਹੈ, ਪੰਜਾਬ ਸਰਕਾਰ ਜ਼ਮੀਨ ਅਕਵਾਇਰ ਕਰਕੇ ਦਿੰਦੀ ਹੈ ਸੈਂਟਰ ਦੇ ਪ੍ਰੋਜੈਕਟਾਂ ਦੇ ਲਈ, ਤਾਂ ਹੁਣ ਪ੍ਰਪੋਜ਼ਲ ਜਿਹੜਾ ਸੀ ਉਹ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਦਬਾਅ ਬਣਾ ਰਹੀ ਹੈ, ਜਾਂ ਪੰਜਾਬ ਸਰਕਾਰ ਵਾਲੇ ਪਾਸਿਓਂ ਕਮੀ ਪਹਿਲਾਂ ਰਹੀ ਕਿ ਸਰਕਾਰ ਨੇ ਦੱਸਿਆ ਹੀ ਨਹੀਂ ਕਿ ਜ਼ਮੀਨ ਉਪਜਾਊ ਆ ਤੇ ਵੱਧ ਰੇਟ ਜਿਹੜਾ ਕਿਸਾਨਾਂ ਨੂੰ ਦੇਣਾ ਪਊਗਾ ਕੇਂਦਰ ਗਵਰਨਮੈਂਟ ਨੂੰ? ਮੇਰਾ ਇਹ ਖਿਆਲ ਆ, ਜਿੰਨਾ ਕਿ ਮੈਨੂੰ ਇਹਦੇ ਬਾਰੇ ਜਾਣਕਾਰੀ ਹੈ, ਵੀ ਜਦੋਂ ਕਿਤੇ ਪਹਿਲੋਂ ਜ਼ਮੀਨਾਂ ਅਕਵਾਇਰ ਹੁੰਦੀਆਂ ਸੀ ਨਾ, ਉੱਥੇ ਇੱਕ ਕਮੇਟੀ ਬਣਦੀ ਹੁੰਦੀ ਸੀ ਜਿਹਦੇ ਵਿੱਚ ਹਲਕੇ ਦਾ MLA ਵੀ ਹੁੰਦਾ ਸੀ, ਡੀ ਸਾਹਿਬ ਵੀ ਹੁੰਦੇ ਸੀਗੇ, MP ਸਾਹਿਬ ਵੀ ਹੁੰਦੇ ਸੀਗੇ, ਹਲਕੇ ਦੇ ਚੰਗੇ ਨੁਮਾਇੰਦੇ ਜਿਹੜੇ ਬਿਠਾ ਕੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਇੱਥੇ ਜ਼ਮੀਨ ਦਾ ਕੀ ਰੇਟ ਆ, ਫਿਰ ਉਹ ਜ਼ਮੀਨ ਦਾ ਰੇਟ ਡਿਸਾਈਡ ਕੀਤਾ ਜਾਂਦਾ ਸੀ। ਔਰ ਪਹਿਲੀ ਵਾਰੀ ਇਹ ਹੋ ਰਿਹਾ ਵੀ ਤੁਸੀਂ ਕਿਸੇ ਵੀ MLA ਕੋਲ ਚਲ ਜਾਓ, ਕਿਸੇ ਮੰਤਰੀ ਸਾਹਿਬ ਦੇ ਕੋਲ ਚਲ ਜਾਓ, ਕਿਸੇ ਡੀ ਸਾਹਿਬ ਦੇ ਕੋਲ ਜਾਓ, ਕਿਸੇ ਦੇ ਕੋਲ ਵੀ ਚਲ ਜਾਓ, ਉਹਨਾਂ ਕੋਲ ਕੋਈ ਜਵਾਬ ਹੁੰਦਾ ਇਹ ਸਾਡੇ ਵੱਸ ਦੀ ਗੱਲ ਨਹੀਂ ਆ ਜੀ, ਇਹ ਸਾਰਾ ਜੋ ਕੁਝ ਵੀ ਕਰਨਾ SDM ਸਾਹਿਬ ਨੇ ਹੀ ਕਰਨਾ। ਇਹ ਬੜੀ ਹੈਰਾਨੀ ਦੀ ਗੱਲ ਹੈ ਵੀ ਜਦੋਂ ਵਾਰਡ ਕੀਤੇ ਨੂੰ SDM ਸਾਹਿਬ ਨੇ ਆਪਣੀ ਮਰਜ਼ੀ ਨਾਲ ਕਰ ਦਿੱਤੇ, ਕਹਿੰਦੇ ਜੀ ਸਾਰੀਆਂ ਪਾਵਰਾਂ SDM ਸਾਹਿਬ ਦੇ ਕੋਲ ਨੇ, ਜੋ ਕਰਨਾ ਉਹਨਾਂ ਨੇ ਕਰਨਾ। ਜੇ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਸੈਕਸ਼ਨ 26 ਦੇ ਜਿਹੜੇ ਵਾਰਡ ਹੋਏ ਨੇ ਰੱਦ ਕਰਕੇ ਸੈਕਸ਼ਨ 28 ਦੇ ਵਿੱਚ ਤਬਦੀਲ ਕਰੋ, 28/7 ਦੀ ਤਬਦੀਲ ਕਰੋ, ਫਿਰ ਉਹ ਕਹਿੰਦੇ ਸਾਡੇ ਕੋਲ ਤੇ ਪਾਵਰ ਹੀ ਹੈ ਨਹੀਂ ਗੀ। ਜਦੋਂ ਸਾਡੇ ਕੋਲ ਜ਼ਮੀਨ ਖੋਣੀ ਆ ਫਿਰ ਤੇ SDM ਨੂੰ ਡੰਡਾ ਫੜਾਤਾ ਵੀ ਡੰਡਾ ਫੇਰੋ ਇਹਨਾਂ ਨੂੰ ਤੇ ਜ਼ਮੀਨਾਂ ਇਹਨਾਂ ਕੋਲ ਖੋਲੋ। ਤੇ ਜੇ ਹੁਣ ਸਾਡੀ ਇਹ ਗੱਲ ਹੈ ਵੀ ਜੇ ਸਾਡੇ ਕੋਲ ਜ਼ਮੀਨ ਲੈਣੀ ਆ ਸਾਨੂੰ ਚੰਗੇ ਰੇਟ ਦਿੱਤੇ ਜਾਣ, ਤਾਂ ਕਿ ਜਿਹੜਾ ਇੱਥੋਂ ਉੱਜੜਨ ਵਾਲਾ ਪਰਿਵਾਰ ਹੈ ਜਦੋਂ ਕਿਤੇ ਅੱਗੇ ਜਾ ਕੇ ਤੇ ਆਪਣੇ ਵਸੇਰਾ ਕਰੂਗਾ, ਉਹਦਾ ਜਾ ਕੇ ਅਗਲੇ ਬੰਨੇ ਕੋਈ ਚੰਗਾ ਜੁਗਾੜ ਢੰਗ ਤਰੀਕਾ ਬਣ ਸਕੇ। ਨਵੇਂ ਸਿਰੇ ਉਹਨੇ ਮਕਾਨ ਬਣਾਉਣੇ ਆ, ਨਵੇਂ ਸਿਰੇ ਉਹਨੇ ਆਪਣੀ ਜ਼ਮੀਨ ਲੈਣੀ ਆ, ਸਾਰਾ ਕੁਝ ਉਹਨੂੰ ਨਵੇਂ ਸਿਰੇ ਕਰਨਾ ਪੈਣਾ। ਇੱਥੋਂ ਤੱਕ ਜਿਨ੍ਹਾਂ ਦੇ ਇੱਥੇ ਸਿੱਧਾ ਜਿੱਦਾਂ ਸਾਡੇ ਲਾਗੇ ਰਾਜਸਥਾਨ ਆ, ਸਾਨੂੰ ਅੰਮ੍ਰਿਤਸਰ ਬਹੁਤ ਨੇੜੇ ਪੈਂਦਾ, ਇੱਥੇ ਸਾਡੇ ਲਾਗੇ ਚੰਗੇ ਚੰਗੇ ਸਕੂਲ ਨੇ, ਇੱਥੇ ਸਾਡੇ ਬੱਚੇ ਪੜ੍ਹਨੇ, ਸਾਨੂੰ ਕੋਈ ਜਾਣਾ ਮੁਸ਼ਕਿਲ, ਸਾਡੇ ਬੱਸਾਂ ਆਉਂਦੀਆਂ ਨੇ। ਇੱਥੋਂ ਜਿਹੜਾ ਬੰਦਾ ਸਾਡੇ ਜ਼ਮੀਨ ਵਿੱਚ ਉਹ ਜਾ ਕੇ 30 ਕਿਲੋਮੀਟਰ 40 ਕਿਲੋਮੀਟਰ ਜਾ ਕੇ ਦੂਰ ਲਊਗਾ, ਫਿਰ ਉਹਨੂੰ ਬੱਚੇ ਪੜ੍ਹਾਉਣ ਦੀ ਵੀ ਬੜੀ ਮੁਸ਼ਕਿਲ ਆਊਗੀ। ਜੇ ਕਿਤੇ ਮੈਡੀਕਲ ਸੁਵਿਧਾ ਦੀ ਲੋੜ ਪੈਂਦੀ ਉਹ ਵੀ ਉਹਨੂੰ ਜਿਹੜੀ ਮੁਸ਼ਕਿਲ ਆਊਗੀ, ਕਿਤੇ ਸ਼ਹਿਰ ਆਉਣ ਜਾਣ ਦੀ ਵੀ ਉਹਨੂੰ ਬੜੀ ਮੁਸ਼ਕਿਲ ਆਊਗੀ। ਸਾਡੇ ਦੇ ਬਿਲਕੁਲ ਸ਼ਹਿਰ ਨੇੜੇ ਆ, ਸਾਨੂੰ ਉੱਥੇ ਕੋਈ ਮੁਸ਼ਕਿਲ ਨਹੀਂ, ਪਰ ਆਉਣ ਵਾਲੇ ਸਮੇਂ ਕਿਸਾਨਾਂ ਦੀ ਮੁਸ਼ਕਿਲ ਬਹੁਤ ਵੱਧ ਜਾਣਗੀਆਂ। ਨਾਲੋਂ ਨਾਲ ਇਹ ਵੀ ਗੱਲ ਇੱਕ ਵਾਰੀ ਆਈ ਸੀਗੀ ਕਿ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪਾ ਲਓ ਤੇ ਜ਼ਮੀਨਾਂ ਜਿਹੜੀਆਂ ਅਕਵਾਇਰ ਕਰ ਲਓ, ਸਿੱਧੇ ਖਾਤਿਆਂ 'ਚ ਪੈਸੇ ਪਾ ਦਿਓ। ਕੋਈ ਐਸੀ ਗੱਲਬਾਤ ਆਈ ਸੀ ਜਾਂ ਸਿਰਫ ਅਫਵਾਹ ਹੀ ਸੀ? ਨਹੀਂ, ਅਫਵਾਹ ਨਹੀਂ ਕੋਈ ਵੀ ਹੁੰਦੀ, ਗੱਲ ਜਦੋਂ ਕੋਈ ਚੱਲਦੀ ਆ ਉਦੋਂ ਹੀ ਗੱਲ ਨਿਕਲਦੀ ਆ, ਉਦੋਂ ਹੀ ਗੱਲ ਅੱਗੇ ਤੁਰਦੀ ਆ। ਬਿਲਕੁਲ ਇਹ ਗੱਲ ਸੀਗੀ, ਸਰਕਾਰ ਨੇ ਅੰਦਰ ਖਾਤੇ ਜਿਹੜੇ ਸੀ ਉਹ ਖਾਤੇ ਲੈਣੇ ਸ਼ੁਰੂ ਕਰ ਦਿੱਤੇ ਸੀ। ਬੈਂਕ ਮੈਨੇਜਰਾਂ ਨੂੰ ਇਹ ਗੱਲ ਕਹਿਤੀ ਤੁਸੀਂ ਜਾ ਕੇ ਪਿੰਡ ਪਿੰਡ ਖਾਤੇ ਖੋਲ੍ਹੋ, ਤੇ ਉਹਨਾਂ ਨੇ ਪੈਸੇ ਪਾਉਣ ਦੀ ਉਹਨਾਂ ਆਪਣੀ ਤਿਆਰੀ ਕੀਤੀ ਸੀ। ਪਰ ਜਦੋਂ ਦੀ ਇਹ ਸਾਡੀ ਜਥੇਬੰਦੀ ਹੋਣ ਦੇ ਵਿੱਚ ਆਈ ਆ, ਸਰਕਾਰ ਨੂੰ ਇਸ ਗੱਲ ਦਾ ਡਰ ਵੀ ਹੈਗਾ ਕਿ ਇਸ ਵੇਲੇ ਕਿਸਾਨ ਜਿਹੜੇ ਨੇ ਉਹ ਜਾਗਰੂਕ ਹੋਏ ਨੇ, ਪਹਿਲਾਂ ਵਾਲੇ ਕਿਸਾਨ ਨਹੀਂ ਰਹੇ, ਆਪਣੇ ਨਫੇ ਨੁਕਸਾਨ ਨੂੰ ਸਮਝਦੇ ਨੇ। ਸਰਕਾਰ ਦੁਚਿੱਤੀ ਦੇ ਵਿੱਚ ਵੀ ਕਰੇ ਤੇ ਕੀ ਨਾ ਕਰੇ, ਹੁਣ ਸਰਕਾਰ ਨੇ ਫੈਸਲਾ ਲੈਣਾ, ਉਹਨੇ ਸਾਡੇ ਹੱਕ ਦੇ ਵਿੱਚ ਗੱਲ ਕਰਨੀ ਹੈ, ਚਾਹੇ ਅਡਾਨੀਆਂ ਬਾਨੀਆਂ ਦੇ ਹੱਕ ਦੇ ਵਿੱਚ ਕਰਨੀ ਆ, ਇਹ ਸਰਕਾਰ ਤੇ ਨਿਰਭਰ ਕਰਦਾ। ਤੁਸੀਂ ਵੀ ਅੰਮ੍ਰਿਤਸਰ ਸ਼ਹਿਰ ਦੇ ਨਜ਼ਦੀਕ ਆ ਜਾਂਦੇ ਹੋ, ਉੱਥੇ ਸਾਰੀਆਂ ਜ਼ਮੀਨਾਂ ਦੇ ਇੱਕ ਰੇਟ ਦਿੱਤੇ ਗਏ ਆ ਜਾਂ ਉੱਥੇ ਵੀ ਪਾਰਸ਼ੈਲਿਟੀ ਕੀਤੀ ਗਈ ਆ ਵੱਧ ਘੱਟ ਵਾਲੀ? ਇਸ ਤਰ੍ਹਾਂ ਵੀ ਜਿਹੜੇ ਰੇਟ ਇਹਨੇ ਆਪਣੀ ਨੂੰ ਵੱਧ ਤੋਂ ਵੱਧ ਵੀ ਦਿੱਤੇ ਨਾ, ਸਾਡੇ ਹਿਸਾਬ ਨਾਲ ਉਹ ਰੇਟ ਬਹੁਤ ਘੱਟ ਨੇ। ਜਿਹੜੀ ਜ਼ਮੀਨ ਦਾ ਇਹਨਾਂ ਨੇ ਵੱਧ ਤੋਂ ਵੱਧ 1.5 ਕਰੋੜ ਰੁਪਏ ਦਿੱਤਾ, ਉੱਥੇ 5 ਕਰੋੜ ਦਾ ਕਿੱਲਾ ਉਹ ਬਣਦਾ ਉਸ ਟਾਈਮ ਦੇ ਉੱਤੇ। ਜੇ ਤੁਸੀਂ ਜਾ ਕੇ ਮਾਰਕੀਟ ਵੇਖੋ ਤਾਂ 5 ਕਰੋੜ ਦਾ ਕਿੱਲਾ, ਉਹ 5 ਤੋਂ 6 ਦਾ ਹੋ ਸਕਦਾ, 5 ਤੋਂ 4 ਦਾ ਨਹੀਂ ਹੋ ਸਕਦਾ। ਔਰ ਉੱਥੇ ਕੀ ਦੇ ਰਹੇ 1.5 ਕਰੋੜ ਦਾ, ਜਿਨ੍ਹਾਂ ਪਿੰਡਾਂ ਨੂੰ 60-70 ਕਰੋੜ ਲੱਖ ਰੁਪਈਆ ਦੇ ਰਹੇ ਨੇ, ਉਹਨਾਂ ਪਿੰਡਾਂ ਦੀ ਜ਼ਮੀਨ ਦੀ 2-2.5 ਕਰੋੜ ਤੋਂ ਘੱਟ ਵੈਲਿਊ ਨਹੀਂ ਹੈਗੀ। ਤੇ ਤੁਸੀਂ ਜਿਹੜੇ ਤੁਹਾਡੇ ਲੋਕਲ ਨੁਮਾਇੰਦੇ ਨੇ, ਰਾਜਾ ਸੰਸੀ ਤੋਂ ਕੈਬਨਿਟ ਵਜ਼ੀਰ ਵੀ ਨੇ ਸੁਖ ਸਰਕਾਰੀਆ, ਅੰਮ੍ਰਿਤਸਰ ਦੇ ਸੰਸਦ ਮੈਂਬਰ ਨੇ ਗੁਰਜੀਤ ਔਜਲਾ, ਉਹਨਾਂ ਨੇ ਕਾਫੀ ਇਸ ਰੋਡ ਨੂੰ ਲੈ ਕੇ ਮੰਗ ਵੀ ਚੁੱਕੀ ਸੀ ਕਿ ਅੰਮ੍ਰਿਤਸਰ ਨੂੰ ਇਸ ਪ੍ਰੋਜੈਕਟ 'ਚੋਂ ਬਾਹਰ ਕੱਢਿਆ ਗਿਆ, ਗੁਰੂ ਨਗਰੀ ਇਸ ਪ੍ਰੋਜੈਕਟ ਦੇ ਵਿੱਚ ਆਉਣੀ ਚਾਹੀਦੀ ਹੈ। ਤੇ ਇਸ ਕਰਕੇ ਉਹਨਾਂ ਨੇ ਵੀ ਜਿਹੜੀ ਹੈ ਇਹਨਾਂ ਰੋਡਸ ਦੀ ਵਕਾਲਤ ਕੀਤੀ ਸੀਗੀ। OP ਸੋਨੀ ਵੀ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਕੈਬਨਿਟ ਵਜ਼ੀਰ ਨੇ, ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਉੱਥੋਂ ਨੇ, ਤੇ ਸਰਕਾਰ ਕਾਂਗਰਸ ਪਾਰਟੀ ਦੀ ਹੈ। ਲੋਕਲ ਨੁਮਾਇੰਦਿਆਂ ਤੱਕ ਇਹ ਆਵਾਜ਼ ਪਹੁੰਚਾਈ ਗਈ ਹੈ, ਉਹਨਾਂ ਦਾ ਰਿਸਪੌਂਸ ਕਿਹੋ ਜਿਹਾ ਆ? ਮੇਰਾ ਖਿਆਲ ਹੈ ਵੀ ਇਹ ਜਿਹੜੀ ਰੋਡ ਨਿਕਲ ਰਹੀ ਹੈ ਨਾ, ਇਹਦੇ ਨਾਲ ਘੱਟੋ ਘੱਟ 60 ਤੋਂ ਜ਼ਿਆਦਾ MLA ਔਰ 8 ਤੋਂ 10 ਜਿਹੜੇ MP ਨੇ ਸਿੱਧੀ ਤਰ੍ਹਾਂ ਹੀ ਇਹਦੇ ਨਾਲ ਅਟੈਚ ਨੇ, ਕਿਉਂਕਿ ਇਹ ਜਿੰਨਾ ਵੱਡਾ ਰੋਡ ਆ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਨਿਕਲ ਰਿਹਾ, ਉਹਦੇ ਵਿੱਚ ਤਕਰੀਬਨ ਬਹੁਤ ਸਾਰੇ MLA, ਮੇਰਾ ਖਿਆਲ ਜਿਹੜੇ ਅੰਮ੍ਰਿਤਸਰ ਦੇ 4-5 MLA ਸਾਰਿਆਂ ਦਾ ਹੀ ਰਕਬਾ ਇਸ ਰੋਡ ਦੇ ਵਿੱਚ ਆ ਰਿਹਾ। ਔਰ ਜਿਹੜੀ ਗੱਲ ਤੁਸੀਂ ਕੀਤੀ ਹੈ MP ਸਾਹਿਬ ਦੀ, ਅਸੀਂ MP ਸਾਹਿਬ ਨੂੰ ਵੀ ਮਿਲੇ ਸੀ, ਅਸੀਂ ਕਿਹਾ ਜੀ ਤੁਸੀਂ ਬੜੇ ਚਾਅ ਦੇ ਨਾਲ ਰੋਡ ਇਹ ਲੈ ਕੇ ਆਏ ਸੀ, ਪਰ ਹੁਣ ਇਸ ਰੋਡ ਨੇ ਸਾਨੂੰ ਉਜਾੜ ਕੇ ਰੱਖ ਦਿੱਤਾ, ਇਹਦਾ ਕੋਈ ਮਸਲਾ ਹੱਲ ਕਰੋ। ਤੇ ਉਹਨਾਂ ਵੀ ਬਾਹਾਂ ਖੜੀਆਂ ਕਰ ਦਿੱਤੀਆਂ ਸੀ ਵੀ ਸਾਡੇ ਵਾਸਤੇ ਦੀ ਗੱਲ ਨਹੀਂ। ਰਹੀ ਗੱਲ ਸਾਡੇ ਮੰਤਰੀ ਸਾਹਿਬ ਸਰਕਾਰੀਆ ਸਾਹਿਬ ਦੀ, ਉਹਨਾਂ ਨੇ ਸਾਡੀ 2 ਮੀਟਿੰਗਾਂ ਕਰਾਈਆਂ DC ਸਾਹਿਬ ਦੇ ਨਾਲ, ਖਹਿਰਾ ਸਾਹਿਬ ਦੇ ਨਾਲ, ਅੱਧਾ ਪੌਣਾ ਘੰਟਾ ਸਾਡੀ ਮੀਟਿੰਗ ਚੱਲੀ। ਇੱਕ ਮੀਟਿੰਗ ਸਾਡੇ ਪੰਜਾਬ ਪ੍ਰਧਾਨ ਜੀ ਵੀ ਗਏ ਸੀਗੇ, ਇਹਨਾਂ ਨੇ ਵੀ ਜਾ ਕੇ ਉੱਥੇ ਸਵਾਲ ਜਵਾਬ ਕੀਤੇ। ਜਦੋਂ ਇਹਨਾਂ ਨੇ ਸਵਾਲ ਜਵਾਬ ਕੀਤੇ ਫਿਰ ਇਹਨਾਂ ਦਾ ਕੋਈ ਜਵਾਬ ਨਹੀਂ ਸੀਗਾ ਵੀ ਜਾਂ ਅਸੀਂ ਜੋ ਕੀਤਾ ਉਹ ਸਹੀ ਕੀਤਾ। ਉਹਨਾਂ ਨੂੰ ਵੀ ਲੱਗਦਾ ਸੀ ਵੀ ਸਾਡੇ ਕੋਲ ਗਲਤ ਹੋਇਆ, ਪਰ ਉਹ ਜੋ ਗਲਤ ਹੋਇਆ ਵੀ ਤਾਂ ਉਹਨੂੰ ਮਤਲਬ ਇਹ ਨਹੀਂ ਚਾਹੁੰਦੇ ਵੀ ਠੀਕ ਹੈ ਉਹ ਗਲਤੀ ਸਾਡੀ ਆ ਤੇ ਉਹਨੂੰ ਜਾ ਕੇ ਦੁਬਾਰਾ ਆਪਾਂ ਸੋਧ ਲਈਏ। ਇਹ ਸਰਕਾਰ ਜਾਂ ਕੋਈ ਵੀ ਸਰਕਾਰੀ ਨੁਮਾਇੰਦਾ ਇਸ ਪ੍ਰਤੀ ਅਜੇ ਸੰਜੀਦਾ ਨਹੀਂ ਹੈਗਾ। ਪਹਿਲਾਂ ਤੁਸੀਂ ਮੁਆਵਜ਼ੇ ਦੀ ਲੜਾਈ ਲੜ ਰਹੇ ਹੋ,
ਹਲੇ ਲੜਾਈ ਚੱਲ ਰਹੀ ਹੈ, ਸਰਕਾਰ ਮੰਗਾਂ ਜਦੋਂ ਮੰਨਦੀ ਹੈ ਦੇਖਦੇ ਆ। ਪਰ ਇਸ ਤੋਂ ਇਲਾਵਾ ਕਿੰਨੇ ਕੁ ਕਿਸਾਨ ਉਹ ਨੇ ਜਿਨ੍ਹਾਂ ਦੀ ਅੱਧੀ ਜ਼ਮੀਨ ਆਉਂਦੀ ਹੈ ਜਾਂ ਬਹੁਤ ਥੋੜੀ ਸਾਈਡ ਤੇ ਰਹਿ ਜਾਂਦੀ ਹੈ, ਉਹ ਕਿੰਨੇ ਕੁ ਕਿਸਾਨ ਨੇ, ਉਹਨਾਂ ਦੀਆਂ ਸਮੱਸਿਆਵਾਂ ਕਿਹੋ ਜਿਹੀਆਂ ਨੇ ਇਹਦੇ ਬਾਅਦ? ਵੇਖੋ ਜੀ, ਜਿਹੜੀ ਜ਼ਮੀਨ ਨਾ ਕਰੀ ਆ, ਕੋਈ ਕਿਸਾਨ ਇਹੋ ਜਿਹਾ ਹੈ ਹੀ ਨਹੀਂਗਾ ਜਿਹਦੀ ਜ਼ਮੀਨ ਜਿਹੜੀ ਵਿੱਚ ਪੂਰੀ ਆ ਗਈ ਆ ਤੇ ਉਹਦਾ ਕੰਮ ਜਿਹੜਾ ਕਿ ਉਹ ਖਤਮ ਹੋ ਗਿਆ ਵਾ। ਤਕਰੀਬਨ 90% ਕਿਸਾਨ ਇਹੋ ਜਿਹੇ ਆ ਜਿਹਦੇ ਜ਼ਮੀਨ ਦੇ ਵਿੱਚ ਦੀ ਰੋਡ ਨਿਕਲਦਾ ਵਾ, ਉਹ ਸੱਜੇ ਤੇ ਖੱਬੇ ਦੋਵੇਂ ਪਾਸੇ ਜਾਂ ਇੱਕ ਪਾਸੇ ਉਹ ਜ਼ਰੂਰ ਰਹਿੰਦੀ ਆ, ਕਿਉਂਕਿ ਰੋਡ ਜਿਹੜਾ ਵਾ ਉਹ ਜਿਹੜੀ ਸਾਰੀ ਟੇਪਰ ਬਣਾ ਰਿਹਾ ਜੀ, ਸਿੱਧਾ ਤੇ ਬਣਾ ਹੀ ਨਹੀਂ ਰਹੇ ਜੀ। ਇਹ ਕਰਕੇ ਤਕਰੀਬਨ 90% ਇਹੋ ਜਿਹੇ ਕਿਸਾਨ ਆ ਜਿਨ੍ਹਾਂ ਦਾ ਜਿਹੜਾ ਕਿ ਸਾਰਿਆਂ ਦਾ ਹੀ ਇਹ ਜਿਹੜਾ ਕਿ ਹੈਗਾ ਦੁੱਖ ਹੈਗਾ ਵਾ, ਸਾਰਿਆਂ ਦਾ ਹੀ ਇਹ ਜਿਹੜਾ ਪ੍ਰੋਬਲਮ ਸਾਰਿਆਂ ਦੀ ਹੈਗੀ ਹੈ ਜੀ। ਫਿਰ ਮੁਆਵਜ਼ੇ ਦੀ ਮੰਗ ਦੇ ਨਾਲ ਉਹ ਜ਼ਮੀਨ ਦਾ ਮੁੱਦਾ ਵੀ ਜਿਹੜਾ ਤੁਸੀਂ ਪੰਜਾਬ ਸਰਕਾਰ ਕੋਲੇ ਰੱਖੋਗੇ ਕਿ ਪੰਜਾਬ ਸਰਕਾਰ ਆਪਣੇ ਅੰਡਰ ਲੈ ਲਿਓ, ਜਿਹੜੀ ਜੇ ਕਿਸੇ ਦੀ ਥੋੜੀ ਜ਼ਮੀਨ ਰਹਿੰਦੀ ਆ ਜੰਗਲਾਤ ਵਿਭਾਗ ਦੇ ਅੰਡਰ ਲੈ ਲੇ, ਦਰਖਤਾਂ ਦੀ ਕੰਸਟਰਕਸ਼ਨ ਹੋ ਜੇ, ਉਹ ਮੰਗ ਵੀ ਨਾਲੋਂ ਨਾਲ ਰਹੂਗੀ? ਦੇਖੋ ਜੀ, ਪਹਿਲਾਂ ਕਿ ਵੀਰ ਜੀ ਨੇ ਵੀ ਜਿਵੇਂ ਗੱਲ ਕੀਤੀ ਆ ਵੀ ਜਿਹੜੇ ਸੈਕਸ਼ਨ 26 ਦੇ ਵਿੱਚ ਸਾਨੂੰ ਵਾਰਡ ਜਿਹੜੇ ਬਣਾ ਰਹੇ ਅਸੀਂ 28 ਦੇ ਜਿਹੜੇ ਮੰਗ ਕਰਦੇ ਹਾਂ ਵੀ 28 ਜਿਹੜੇ ਸੈਕਸ਼ਨ 28 ਦੇ ਵਿੱਚ ਵਾਰਡ ਬਣਾਏ ਜਾਣ। ਉਹਦੇ ਵਿੱਚ ਐਕਟ ਜਿਹੜਾ 2013 ਦਾ ਜਿਹੜਾ ਰਾਈਟ ਜਿਹੜਾ ਫੇਅਰ ਕੰਪਨਸੇਸ਼ਨ ਜਿਹੜਾ ਹੈਗਾ ਵਾ ਰੀਸੈਟਲਮੈਂਟ, ਉਹ ਐਕਟ ਬਹੁਤ ਸੋਹਣਾ ਵਾ ਕਿਸਾਨਾਂ ਦੇ ਹੱਕ ਦੇ ਵਿੱਚ ਆ, ਪਰ ਉਹਨੂੰ ਇੰਪਲੀਮੈਂਟ ਕਰਦੇ ਨਹੀਂ ਜੀ। ਇਹ ਜੋ ਆਪਣਾ ਜਿਹੜੀਆਂ ਹੈਗੀਆਂ NHC ਦੀਆਂ ਗਾਈਡਲਾਈਨਾਂ ਨੇ ਉਹਨਾਂ ਮੁਤਾਬਕ ਜਿਹੜੀ ਇਹ ਸਾਰੀ ਐਕਵਾਇਰ ਕਰ ਰਹੇ ਆ, ਉਹ ਐਕਟ ਜਿਹੜਾ ਕਿ ਉਹ ਬੜਾ ਸੋਹਣਾ ਜਿਹੜਾ ਵਾ ਉਹ ਜਿਹੜੇ 10 ਸਾਲ ਜਿਹੜੀ ਜ਼ਮੀਨ ਉੱਧਰ ਵੀ ਰਹਿੰਦੀ ਆ, ਜਿਹੜਾ ਸੈਕਸ਼ਨ 28 ਆ ਉਹ ਸਾਨੂੰ ਇਸ ਚੀਜ਼ ਦੀ ਜਿਹੜੀ ਪ੍ਰੋਵਾਈਡ ਕਰਦਾ ਸਾਨੂੰ ਵੀ ਉਹ ਸਾਡੇ ਜਿੰਨੇ ਸਾਡੇ ਉਹ ਨੁਕਸਾਨ ਬਣਦੇ ਆ ਉਹ ਸਾਰੇ ਨੁਕਸਾਨ ਸੈਕਸ਼ਨ 28 ਦੇ ਵਿੱਚ ਸਾਡੇ ਪੂਰੇ ਕਰਦੇ ਆ। ਪਰ ਇਹ ਸਰਕਾਰ ਜਿਹੜੀ ਆ ਇਹਦੀ ਜਿਹੜੀ ਨੀਅਤ ਨਹੀਂ ਜਿਹੜੀ ਉਹ ਸਹੀ ਹੈਗੀ, ਇਹ ਜਿੰਨੇ ਵਾਰਡ ਕਰ ਰਹੀ ਹੈ ਸੈਕਸ਼ਨ 26 ਦੇ ਵਿੱਚ ਕਰ ਰਹੀ ਹੈ ਜੀ। ਕਿਸਾਨਾਂ ਦੀ ਜਿਹੜੀ ਸਮੱਸਿਆ ਹੈਗੀ, ਇੱਕ ਲੜਾਈ ਦਿੱਲੀ ਦੇ ਬਾਰਡਰਾਂ ਤੇ ਵੀ ਚੱਲ ਰਹੀ ਹੈ, ਤੁਸੀਂ ਉਸ ਲੜਾਈ ਦੇ ਵੀ ਭਾਗੀਦਾਰ ਹੋਵੋਗੇ, ਨਾਲੋਂ ਨਾਲ ਇੱਕ ਲੜਾਈ ਤੁਸੀਂ ਜ਼ਮੀਨਾਂ ਬਚਾਉਣ ਦੇ ਲਈ ਲੜ ਰਹੇ ਹੋ। ਕਿਸਾਨ ਜਥੇਬੰਦੀਆਂ ਦਾ ਕਿਹੋ ਜਿਹਾ ਸਹਿਯੋਗ ਤੁਹਾਨੂੰ ਰਿਹਾ? ਕਿਸਾਨ ਨੁਮਾਇੰਦੇ ਨੇ ਜਦੋਂ ਪਟਿਆਲਾ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਸੀਗੀ ਤਾਂ ਉਸ ਸਮੇਂ ਜਿਹੜੇ ਜ਼ਮੀਨਾਂ ਨਾਲ ਸੰਬੰਧਿਤ ਕਿਸਾਨ ਆ ਜਿਨ੍ਹਾਂ ਦੀ ਜ਼ਮੀਨ ਦੇ ਵਿੱਚੋਂ ਹਾਈਵੇਜ਼ ਗੁਜ਼ਰ ਰਹੇ ਆ, ਉਹਨਾਂ ਨੇ ਜੋਗਿੰਦਰ ਸਿੰਘ ਉਗਰਾਹਾਂ ਦੇ ਨਾਲ ਵੀ ਮੀਟਿੰਗ ਕੀਤੀ ਸੀ, ਬਾਕੀ ਲੀਡਰਸ਼ਿਪ ਦੇ ਨਾਲ ਵੀ ਕੀਤੀ ਸੀ, ਤਾਂ ਕਿਸਾਨ ਜਥੇਬੰਦੀਆਂ ਦਾ ਕਿਹੋ ਜਿਹਾ ਰਿਸਪੌਂਸ ਜਿਹੜਾ ਤੁਹਾਨੂੰ ਰਿਹਾ? ਦੇਖੋ ਜੀ, ਜਿਹੜੀ ਜ਼ਮੀਨ ਇਹ ਆ ਰਹੀ ਹੈ ਇਹ ਵੀ ਤਾਂ ਕਿਸਾਨਾਂ ਦੀ ਆ ਰਹੀ ਆ। ਉਹੀ ਕਿਸਾਨ ਆ, ਅਸੀਂ ਕਿਸਾਨ ਆ ਜਿਹੜੇ ਵਿੱਚ ਜਿਹੜੇ ਉਹ ਪਹਿਲਾਂ ਅਸੀਂ ਉਹ ਸ਼ੁਰੂ ਤੋਂ ਜਿਹੜੇ ਕਿ ਨਹੀਂ ਕਿਸਾਨ ਜਿਹੜੀ ਸਾਡੀ ਜਥੇਬੰਦੀਆਂ ਬਣੀਆਂ ਸੀ, ਹੁਣ ਵੀ ਅੱਜ ਵੀ ਜਿਹੜੇ ਇਸ ਜਿਹੜਾ ਅੱਜ ਰੋਸ ਧਰਨਾ ਜਿਹੜਾ ਇੱਥੇ ਅੱਜ ਵੱਜ ਰਿਹਾ ਜੀ ਮੋਹਾਲੀ ਦੇ ਵਿੱਚ, ਇਹਦੇ ਵਿੱਚ ਤਕਰੀਬਨ ਜਿਹੜੀਆਂ 32 ਜਥੇਬੰਦੀਆਂ ਹੀ ਆ। ਜਿਹੜਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਬਣਿਆ ਵਾ ਉਹ ਸਾਰਾ ਇੱਥੇ ਆਇਆ ਹੋਇਆ ਜੀ। ਪਟਿਆਲੇ ਵੀ ਸਾਡੇ ਨਾਲ ਜਿਹੜਾ ਉਹਨਾਂ ਨੇ ਪੂਰਾ ਸਾਥ ਦਿੱਤਾ ਸੀ ਜੀ। ਅੱਜ ਦੇ ਦਿਨ ਦੇ ਵਿੱਚ ਸਾਡੇ 32 ਜਥੇਬੰਦੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਵਾ ਉਹ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਜੀ। ਬਿਲਕੁਲ ਇਹ ਰੋਡਸ ਕੱਢੇ ਕਿਉਂ ਜਾ ਰਹੇ ਨੇ? ਕਿਉਂਕਿ ਕਿਸਾਨਾਂ ਦੀ ਜ਼ਮੀਨ ਜਾ ਰਹੀ ਹੈ, ਉਪਜਾਊ ਜ਼ਮੀਨ ਹੈ ਪੰਜਾਬ ਦੀ ਧਰਤੀ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਜ਼ਰਖੇਜ਼ ਧਰਤੀ ਹੈ ਪੰਜਾਬ ਦੀ, ਤਾਂ ਇਹ ਰੋਡਸ ਕੱਢੇ ਕਿਉਂ ਜਾ ਰਹੇ ਨੇ? ਸਰਕਾਰ ਦਾ ਪੱਖ ਇਹ ਹੈ ਕਿ ਮੁਲਕ ਦੀ ਤਰੱਕੀ ਦੇ ਲਈ ਇਹ ਰੋਡਸ ਜ਼ਰੂਰੀ ਨੇ ਕਿ ਚਾਰੇ ਮਹਾਨਗਰ ਜਿਹੜੇ ਨੇ ਉਹ ਵੱਡੇ ਹਾਈਵੇਜ਼ ਦੇ ਨਾਲ ਜੁੜੇ ਹੋਣ, ਆਦਾਨ ਪ੍ਰਦਾਨ ਹੋ ਸਕੇ। ਜੇ ਇੰਟਰਨੈਸ਼ਨਲ ਵਪਾਰ ਵੀ ਖੁੱਲ੍ਹਦਾ ਗਾ, ਪੁਰਾਣਾ ਰੂਟ ਆ ਜਿਹੜਾ ਵਪਾਰ ਦਾ ਇਰਾਕ, ਇਰਾਨ, ਅਫਗਾਨਿਸਤਾਨ, ਜੋ ਵੀ ਫਿਊਚਰ ਦੇ ਵਿੱਚ ਖੁੱਲ੍ਹਦਾ ਗਾ ਤਾਂ ਉਹਦੇ ਲਈ ਵੀ ਇਹ ਰੋਡਸ ਜਿਹੜੇ ਜ਼ਰੂਰੀ ਨੇ। ਅੰਮ੍ਰਿਤਸਰ ਉੱਥੇ ਕੇਂਦਰੀ ਪੁਆਇੰਟ ਬਣੂਗਾ, ਲੋਕਾਂ ਨੂੰ ਲਾਭ ਹੋਊਗਾ। ਜਿਹੜੇ ਕਿਸਾਨ ਦੀ ਜ਼ਮੀਨ ਅਕਵਾਇਰ ਹੋ ਰਹੀ ਆ ਉਹਨੂੰ ਮੁਆਵਜ਼ਾ ਹਲੇ ਕਿੰਨਾ ਮਿਲਣਾ, ਇਹਦੀ ਲੜਾਈ ਜਾਰੀ ਹੈ। ਤਾਂ ਉਹ ਕਿਸਾਨ ਕੀ ਦੇਖਦਾ ਕਿ ਇਹ ਰੋਡਸ ਕਿਉਂ ਕੱਢੇ ਗਏ ਨੇ? ਉਹਨੂੰ ਕੋਈ ਫਾਇਦਾ ਹੋਊਗਾ? ਪੰਜਾਬ ਦੇ ਧੀਆਂ ਪੁੱਤਾਂ ਨੂੰ ਕੋਈ ਫਾਇਦਾ ਹੋਊਗਾ? ਇਹ ਵੇਖੋ ਜੀ, ਤੁਸੀਂ ਜਿਹੜਾ ਸਵਾਲ ਕੀਤਾ ਇਹ ਬੜਾ ਡੂੰਘਾ ਸਵਾਲ ਕੀਤਾ। ਇਸ ਸਵਾਲ ਬਾਰੇ ਨਾ ਤੇ ਕੋਈ ਪ੍ਰੈਸ ਵਾਲਾ ਹੀ ਆ ਰਿਹਾ, ਨਾ ਕੋਈ ਇਸ ਸਵਾਲ ਬਾਰੇ ਜਿਹੜਾ ਕੋਈ ਗੱਲ ਹੀ ਕਰਦਾ। ਇਹ ਬੜੀ ਡੂੰਘੀ ਸਾਜ਼ਿਸ਼ ਇੱਕ ਸਰਕਾਰ ਦੀ ਆ। ਇਹ ਨਾ ਭਾਵੇਂ ਇਹਦਾ ਜ਼ਰੂਰ ਇਹਨਾਂ ਨੇ ਭਾਰਤਮਾਲਾ ਪ੍ਰੋਜੈਕਟ ਦਿੱਤਾ ਵਾ। ਇਹ ਪਹਿਲਾਂ ਸ਼ੁਰੂ ਜਿਹੜੇ ਕਹਿ ਸੀ ਅਸੀਂ ਧਾਰਮਿਕ ਜਿਹੜੇ ਸਥਾਨ ਆ ਉਹਨਾਂ ਨੂੰ ਜਿਹੜਾ ਉਹ ਕੱਢ ਰਹੇ ਆ, ਪਰ ਅਸਲੀਅਤ ਦੇ ਵਿੱਚ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਵਪਾਰ ਕਰਨ ਵਾਸਤੇ ਇਹ ਰੋਡ ਜਿਹੜੇ ਭਾਰਤਮਾਲਾ ਜਿਹੜੇ ਪ੍ਰੋਜੈਕਟ ਥੱਲੇ ਜਿਹੜੇ ਐਕਸਪ੍ਰੈਸ ਬਣਾਏ ਜਾ ਰਹੇ ਆ, ਇਹਨਾਂ ਦੀ ਜਿਹੜੀ ਨੀਤੀ ਆ ਉਹ ਕਾਰਪੋਰੇਟ ਘਰਾਣਿਆਂ ਨੂੰ ਜਿਹੜੇ ਯੂਰਪ ਦੇ ਵਿੱਚ ਜਾਂ ਜਿਹੜੇ ਅਰਬ ਕੰਟਰੀਆਂ ਵਾ ਉਹਨਾਂ ਦੇ ਨਾਲ ਵਪਾਰ ਕਰਨ ਵਾਸਤੇ ਇਹ ਜਿਹੜੇ ਰੋਡ ਕਾਰਪੋਰੇਟ ਘਰਾਣਿਆਂ ਨੂੰ ਬਣਾ ਕੇ ਦਿੱਤੇ ਜਾ ਰਹੇ ਆ। ਨਾ ਇਹ ਕਿਸਾਨਾਂ ਇਹਦਾ ਕੋਈ ਸੁੱਖ ਆ, ਨਾ ਕਿਸਾਨਾਂ ਨੂੰ ਇਹਦਾ ਕੋਈ ਫਾਇਦਾ ਵਾ, ਨਾ ਕੋਈ ਪੰਜਾਬ ਨੂੰ ਇਹਦਾ ਫਾਇਦਾ ਵਾ, ਨਾ ਉੱਥੋਂ ਦੀ ਕੋਈ ਜਿਹੜੀ ਇਕਨੋਮੀ ਨੂੰ ਕੋਈ ਫਰਕ ਪੈਣਾ ਵਾ। ਕਿਉਂਕਿ ਇਹ ਜਿਹੜਾ ਰੋਡ ਜਿਹੜੇ ਬਣ ਰਹੇ ਆ ਇਹ ਰੋਡ ਬਣ ਨਹੀਂ ਜਿਹੜੇ ਕਾਰਪੋਰੇਟ ਘਰਾਣਿਆਂ ਲਈ ਬਣ ਰਹੇ ਆ, ਕਿਉਂਕਿ ਉੱਥੋਂ ਦਾ ਕਿਸਾਨ ਨਾ ਦੇ ਉੱਤੇ ਉੱਪਰ ਚੜ੍ਹ ਹੀ ਸਕਦਾ ਵਾ। ਇਹ 10-12 ਫੁੱਟ ਉੱਚੇ ਬਣਾ ਰਹੇ ਆ, ਨਾ ਉੱਥੇ ਐਂਟਰੀ ਪੁਆਇੰਟ ਹੀ ਹੈਗੇ ਆ। ਉੱਥੇ ਕੋਈ ਬੜੀ ਦੂਰ ਜਾ ਕੇ ਜਿਹੜਾ ਉਹ ਜ਼ਿਲ੍ਹੇ ਤੋਂ ਜ਼ਿਲ੍ਹੇ ਜਿਹੜੇ ਪੁਆਇੰਟ ਦੇ ਰਹੇ ਆ ਇੰਟਰ ਹੋਣ ਵਾਸਤੇ। ਇਸ ਵਾਸਤੇ ਪੰਜਾਬ ਨੂੰ ਇਹਨਾਂ ਰੋਡਾਂ ਦਾ ਕੋਈ ਫਾਇਦਾ ਹੀ ਨਹੀਂਗਾ। ਜੇ ਪੰਜਾਬ ਸਰਕਾਰ ਜਾਂ ਸੈਂਟਰ ਗਵਰਨਮੈਂਟ ਜਿਹੜੇ ਅੱਗੇ ਰੋਡ ਬਣੇ ਆ, ਜੇ ਉਹਨਾਂ ਨੂੰ ਹੀ ਬੜਾ ਚੰਗੀ ਤਰ੍ਹਾਂ ਬਣਾ ਲੇ ਤੇ ਉਹ ਹੀ ਬੜੀ ਸ਼ਾਬਾਸ਼। ਇਹਨਾਂ ਰੋਡਾਂ ਦੀ ਜਿਹੜੀ ਕਿ ਪੰਜਾਬ ਨੂੰ ਲੋੜ ਹੀ ਨਹੀਂ ਵੈਸੇ ਹੈਗੀ ਜੀ। ਤੁਸੀਂ ਹੁਣ ਉਜਾੜਾ ਹੋ ਰਿਹਾ ਤੁਹਾਡਾ ਇੱਕ ਵਾਰੀ,
ਮੁਆਵਜ਼ੇ ਦੀ ਲੜਾਈ ਲੜ ਰਹੇ ਹੋ, ਸਰਕਾਰ ਨੂੰ ਝੁਕਣਾ ਪੈਣਾ ਕਿਉਂਕਿ ਇਲੈਕਸ਼ਨ ਵੀ ਨੇੜੇ ਹੈ ਤੇ ਕਿਸਾਨਾਂ ਦੀ ਮੰਗ ਜਾਇਜ਼ ਹੈ। ਪਰ ਜੇ ਭਾਰਤਮਾਲਾ ਪ੍ਰੋਜੈਕਟ ਤਹਿਤ ਇਹ ਹਾਈਵੇਜ਼ ਐਕਸਪ੍ਰੈਸਵੇ ਬਣ ਰਹੇ ਨੇ ਤਾਂ ਫਿਰ ਗਡਾਊਨ ਵੀ ਬਣਨਗੇ, ਕਿਉਂਕਿ ਐਡਾ ਲੰਬਾ ਤਾਂ ਰੋਡ ਕੋਈ ਜਾ ਨਹੀਂ ਸਕਦਾ। ਇੰਪੋਰਟ ਐਕਸਪੋਰਟ ਦਾ ਕੰਮ ਚੱਲੂਗਾ ਤੇ ਤੁਸੀਂ ਜ਼ਮੀਨ ਕਿਤੇ ਜਾ ਕੇ ਹੋਰ ਲਓਗੇ ਤਾਂ ਫਿਰ ਜੇ ਉਹ ਗਡਾਊਨਸ ਵਾਲਾ ਘੇਰਾ ਵੀ ਉਸੇ ਏਰੀਏ 'ਚ ਹੀ ਆਊਗਾ, ਕਿਉਂਕਿ ਬਾਰਡਰ ਦੇ ਨੇੜੇ ਉਹ ਗਡਾਊਨ ਜਿਹੜੇ ਉਹ ਬਣਨਗੇ, ਤਾਂ ਫਿਰ ਤੁਹਾਡੇ ਤੇ ਤਲਵਾਰ ਲਟਕ ਸਕਦੀ ਹੈ ਜਾਂ ਕਿ ਬਾਕੀ ਕਿਸਾਨ ਭਰਾਵਾਂ ਤੇ ਤਲਵਾਰ ਲਟਕ ਸਕਦੀ ਆ ਕਿ ਨਾਲੋਂ ਨਾਲ ਉਹ ਪ੍ਰਪੋਜ਼ਲ ਵੀ ਸਰਕਾਰ ਨੂੰ ਦੇਵੋਗੇ ਕਿ ਇੱਕ ਵਾਰੀ ਉਜਾੜਾ ਬਹੁਤ ਹੈ, ਦੁਬਾਰਾ ਜਿਹੜਾ ਨਾ ਕੀਤਾ ਜਾਵੇ। ਉਹ ਯੋਜਨਾ ਵੀ ਨਾਲੋਂ ਨਾਲ ਚੱਲ ਰਹੀ ਹੈ ਕਿ ਗਡਾਊਨਸ ਵੀ ਵੱਡੇ ਪੱਧਰ ਤੇ ਜਿਹੜੇ ਉਹ ਬਣਾਏ ਜਾਣੇ ਨੇ। ਵੇਖੋ ਜੀ, ਜਿਹੜੀ ਤੁਸੀਂ ਗਡਾਊਨ ਦੀ ਗੱਲ ਕੀਤੀ ਆ, ਬੜੀ ਚੰਗੀ ਗੱਲ ਤੁਸੀਂ ਦਾ ਕੁਐਸਚਨ ਕੀਤਾ ਵਾ ਕਿ ਗਡਾਊਨ ਆਲਰੇਡੀ ਪਹਿਲਾਂ ਬਣ ਚੁੱਕੇ ਆ। ਪੰਜਾਬ ਦੇ ਵਿੱਚ ਕਾਫੀ ਜਿਹੜੇ ਇਹਨਾਂ ਦੇ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਗਡਾਊਨ ਆ ਉਹ ਬਣ ਚੁੱਕੇ ਆ, ਚਾਹੇ ਉਹ ਅਡਾਨੀ ਹੋਵੇ ਚਾਹੇ ਉਹ ਅਬਾਨੀ ਹੋਵੇ। ਪੰਜਾਬ ਦੇ ਵਿੱਚ ਜਗਰਾਓਂ ਦੇ ਵਿੱਚ, ਮੋਗੇ ਦੇ ਵਿੱਚ ਕਾਫੀ ਜਗ੍ਹਾ ਜਿਹੜੇ ਆ ਗਡਾਊਨ ਇਹਨਾਂ ਨੇ ਜਿਹੜੇ ਪਹਿਲਾਂ ਬਣਾ ਲਏ ਆ। ਇਹਨਾਂ ਜਿਹੜੀ ਪਾਲਿਸੀ ਹੈ ਪਹਿਲਾਂ ਪਾਲਿਸੀ ਜਿਹੜੀ ਇਹਨਾਂ ਨੇ ਬਣਾ ਲਈ ਆ, ਜਿਹੜੀ ਜ਼ਮੀਨਾਂ ਦੇ ਚਾਹੇ ਭਾਵੇਂ 3 ਖੇਤੀ ਕਾਨੂੰਨ ਜਿਹੜੇ ਹੈਗੇ ਆ ਉਹਨਾਂ ਨੂੰ ਲੈ ਕੇ, ਚਾਹੇ ਇਹ ਉਹਨਾਂ ਨਾਲ ਹੀ ਸੰਬੰਧਿਤ ਜਿਹੜਾ ਹੈਗਾ ਵਾ ਆਪਣਾ ਐਕਟ ਜਿਹੜਾ ਰੋਡ ਕੱਢ ਰਿਹਾ ਉਹਨਾਂ ਨਾਲ ਸੰਬੰਧਿਤ ਹੀ ਆ। ਇਹ ਪਹਿਲਾਂ ਹੀ ਪਲੈਨਿੰਗ ਜਿਹੜੀ ਬਣ ਚੁੱਕੀ ਆ ਜੀ ਪੰਜਾਬ ਦੇ ਵਿੱਚ। ਕਿ ਰੁਜ਼ਗਾਰ ਦੇ ਮੌਕੇ ਥੋੜੇ ਬਹੁਤੇ ਪੈਦਾ ਹੋਣਗੇ, ਕਿ ਟਰਾਂਸਪੋਰਟ ਸੈਕਟਰ ਵੀ ਜਿਹੜਾ ਹੈ ਉਹ ਤਰੱਕੀ ਕਰੂਗਾ ਇਹਦੇ ਨਾਲ। ਕਿਸਾਨੀ ਦਾ ਉਜਾੜਾ ਤਾਂ ਹੋਊਗਾ, ਉਹ ਇੱਕ ਵੱਖਰਾ ਇਸ਼ੂ ਆ, ਪਰ ਨਾਲੋਂ ਨਾਲ ਟਰਾਂਸਪੋਰਟ ਦੇ ਨਾਲ ਵੀ ਕਿਸਾਨੀ ਭਾਈਚਾਰਾ ਜਿਹੜਾ ਉਹ ਜੁੜਿਆ ਹੋਇਆ। ਕਿ ਤੁਹਾਨੂੰ ਕੋਈ ਉਹੋ ਜਿਹੀ ਹੋਪ ਦਿਖਦੀ ਹੈ ਕਿ ਰੋਡਸ ਦਾ ਲਾਭ ਤਾਂ ਨਹੀਂ ਹੋਣਾ, ਪਰ ਟਰਾਂਸਪੋਰਟ ਸੈਕਟਰ ਥੱਲੇ ਜਾ ਰਿਹਾ ਲਗਾਤਾਰ, ਕਿਸਾਨਾਂ ਦੇ ਨਾਲ ਸੰਬੰਧਿਤ ਕੀਤਾ ਗਾ, ਕਿਸਾਨ ਟਰਾਂਸਪੋਰਟਰ ਨੇ ਵੱਡੇ ਪੱਧਰ ਤੇ, ਤਾਂ ਕੀ ਉਹ ਟਰਾਂਸਪੋਰਟਰਾਂ ਨੂੰ ਕੋਈ ਥੋੜਾ ਬਹੁਤਾ ਫਾਇਦਾ ਲੱਗਦਾ ਹੈ ਜਾਂ ਅਡਾਨੀ ਅਬਾਨੀ ਜਾਂ ਵੱਡੇ ਕਾਰਪੋਰੇਟਸ ਵਾਲਮਾਰਟ ਵਰਗੀਆਂ ਕੰਪਨੀਆਂ ਜਦੋਂ ਆਉਣਗੀਆਂ ਤਾਂ ਸਾਰੇ ਪ੍ਰਬੰਧ ਆਪਣੇ ਹੀ ਕਰਕੇ ਲੈ ਕੇ ਆਉਣਗੀਆਂ? ਵੇਖੋ ਜੀ, ਇਹ ਜਿਹੜਾ ਟਰਾਂਸਪੋਰਟ ਦੀ ਤੁਸੀਂ ਗੱਲ ਕੀਤੀ ਆ, ਇਹ ਰੋਡ ਜਿੰਨਾ ਉੱਪਰ ਤੇ ਜਿੰਨੀਆਂ ਇਹਨਾਂ ਨੇ ਉੱਤੇ ਜਿਹੜਾ ਟੋਲ ਲਾ ਦੇਣਾ ਵਾ, ਆਮ ਜਿਹੜਾ ਟਰਾਂਸਪੋਰਟਰ ਹੈ ਉਹਦੇ ਉੱਤੇ ਚੜ੍ਹ ਹੀ ਨਹੀਂ ਸਕਦਾ। ਇਹ ਜੇ ਗੱਲ ਮੁੜ ਫੇਰ ਉੱਥੇ ਹੁੰਦੀ ਹੈ ਵੀ ਜਿਹੜੀ ਇਹ ਰੋਡ ਜਿਹੜੇ ਵੀ ਬਣ ਰਹੇ ਆ ਇਹ ਸਿਰਫ ਕਾਰਪੋਰੇਟ ਘਰਾਣਿਆਂ ਲਈ ਬਣ ਰਹੇ ਆ। ਆਮ ਟਰਾਂਸਪੋਰਟਰ ਨੂੰ ਇਹਦਾ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਜਿੰਨੇ ਇਹਨਾਂ ਦੇ ਟੋਲ ਉੱਤੇ ਲਾ ਦੇਣੇ ਆ ਤੇ ਜਿੰਨੀਆਂ ਐਂਟਰੀਆਂ ਪੁਆਇੰਟ ਘੱਟ ਆ ਤੇ ਉੱਤੇ ਰੋਡ ਜਿਹੜੀ ਟਰਾਂਸਪੋਰਟ ਉੱਤੇ ਚੜ੍ਹ ਹੀ ਨਹੀਂ ਸਕਦੀ ਜੀ। ਜਿਹੜੀ ਆਖਰੀ ਗੱਲਬਾਤ ਤੁਹਾਡੀ ਸਰਕਾਰ ਦੇ ਨਾਲ ਹੋਈ ਹੈ ਉਹਦੇ 'ਚ ਕੀ ਭਰੋਸਾ ਦਿੱਤਾ ਗਿਆ ਹੈ ਜਾਂ ਕੀ ਲੱਗ ਰਿਹਾ ਤੁਹਾਨੂੰ ਜਿਹੜੀ ਗੱਲਬਾਤ ਦਾ ਤਰੀਕਾ ਸਰਕਾਰ ਦਾ, ਕਿ ਸਰਕਾਰ ਕਿੱਥੋਂ ਤੱਕ ਮੁਆਵਜ਼ਾ ਜਿਹੜਾ ਦੇ ਦੂਗੀ ਤੇ ਤੁਸੀਂ ਆਪਣੀ ਲੜਾਈ ਕਿੱਥੋਂ ਤੱਕ ਜਾਰੀ ਰੱਖੋਗੇ? ਵੇਖੋ ਜੀ, ਜਿਹੜਾ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ, ਚਾਹੇ ਉਹ ਸੈਂਟਰ ਗੌਰਨਮੈਂਟ ਆ ਚਾਹੇ ਉਹ ਪੰਜਾਬ ਗੌਰਨਮੈਂਟ ਆ, ਇਹ ਪ੍ਰੋਜੈਕਟ ਭਾਵੇਂ ਸੈਂਟਰ ਗੌਰਨਮੈਂਟ ਦਾ ਵਾ, ਜਿਹੜੀ ਅਕਵਾਇਰ ਕਰਕੇ ਦੇਣੀ ਆ ਉਹ ਸਟੇਟ ਗੌਰਨਮੈਂਟ ਨੇ ਕਰਕੇ ਦੇਣੀ ਹੁੰਦੀ ਆ। ਪਰ ਜਿਹੜੀ ਸਟੇਟ ਗੌਰਨਮੈਂਟ ਜਿਹੜੀ ਆ, ਜੇ ਉਹਦੇ ਕੋਲ ਚਾਹੀਦਾ ਵਾ, ਉਹ ਕਹਿੰਦੀ ਆ ਵੀ ਪ੍ਰੋਜੈਕਟ ਜਿਹੜਾ ਵਾ ਇਹ ਸੈਂਟਰ ਗੌਰਨਮੈਂਟ ਦਾ ਵਾ, ਉਹਨਾਂ ਨੇ ਜੋ ਕਰਨਾ ਉਹਨਾਂ ਨੇ ਕਰਨਾ ਵਾ। ਜੇ ਸੈਂਟਰ ਗੌਰਨਮੈਂਟ ਕੋਲ ਜਾਂਦੇ ਆ, ਉਹ ਕਹਿੰਦੇ ਆ ਜੇ ਅਕਵਾਇਰ ਜੋ ਕਰਕੇ ਦੇਣੀ ਆ ਉਹ ਪੰਜਾਬ ਸਰਕਾਰ ਨੇ ਦੇਣੀ ਆ, ਜਿਹੜੀ ਅਸਲੀਅਤ ਉਹ ਪੰਜਾਬ ਸਰਕਾਰ ਨੇ ਕਰਕੇ ਦੇਣੀ ਆ। ਪਰ ਦੋਵਾਂ ਸਰਕਾਰਾਂ ਦੀ ਮਿਲੀ ਭੁਗਤ ਕਰਕੇ ਸਾਨੂੰ ਕੋਈ ਵੀ ਜਿਹੜੀ ਸਰਕਾਰ ਆ ਉਹ ਸਾਨੂੰ ਕੋਈ ਵੀ ਸਰਕਾਰ ਨਿਆਂ ਨਹੀਂ ਦੇ ਰਹੀ, ਨਾ ਸਾਨੂੰ ਜਿਹੜਾ ਜੋ ਮੁਆਵਜ਼ਾ ਜਿਹੜੇ ਦੇ ਰਹੀ ਆ। ਜੋ ਸਾਡਾ ਜਿਹੜਾ ਤੁਸੀਂ ਮੁਆਵਜ਼ੇ ਦੀ ਜਿਹੜੀ ਗੱਲ ਕਰਦੇ ਤੇ ਉਹ ਅਸੀਂ ਮੰਗ ਕੀ ਰਹੇ ਹਾਂ? ਕੁਛ ਨਹੀਂ ਮੰਗ ਰਹੇ। ਅਸੀਂ ਮੰਗ ਰਹੇ ਹਾਂ ਜੋ ਉੱਥੇ ਮਾਰਕੀਟ ਰੇਟ ਆ ਉਹਦੇ ਮੁਤਾਬਕ ਸਾਨੂੰ ਦਿੱਤਾ ਜਾਵੇ, ਜਿਹੜਾ ਸਾਨੂੰ ਮੁਆਵਜ਼ਾ ਦਿੱਤਾ ਜਾਵੇ। ਤੇ ਚਲੋ ਜੋ ਸਾਡੇ ਉਹ ਹੱਕ ਬਣਦੇ ਉਹ ਤਾਂ ਬਣਦੇ ਹੀ ਆ। ਸਾਨੂੰ ਜਿਹੜਾ ਅਸਲ ਮਾਰਕੀਟ ਜਿਹੜਾ ਰੇਟ ਆ, ਇਹਨਾਂ ਦੇ ਪਹਿਲੀ ਗੱਲ ਤਾਂ ਜਿਹੜੀ ਮਾਰਕੀਟ ਰੇਟ ਦੀ ਜਿਹੜੀ ਡੈਫੀਨੇਸ਼ਨ ਵਿਗਾੜ ਦਿੱਤੀ ਆ, ਕਿਉਂਕਿ ਮਾਰਕੀਟ ਜਿਹੜੀ ਰੇਟ ਹੁੰਦੀ ਆ ਜੋ ਮਾਰਕੀਟ ਵਿੱਚ ਚੱਲਦਾ ਉਹ ਮਾਰਕੀਟ ਹੁੰਦੀ ਆ। ਪਰ ਇਹਨਾਂ ਨੇ ਆਪਣੇ ਐਕਟ ਦੇ ਵਿੱਚ ਜਿਹੜੀ ਕਿ ਉਹ ਡੈਫੀਨੇਸ਼ਨ ਜਿਹੜੀ ਵਿਗਾੜ ਦਿੱਤੀ ਆ। ਇਹ ਮਾਰਕੀਟ ਵੈਲਿਊ ਜਿਹੜੀ ਆ ਉਹ ਜਿਹੜਾ ਕਲੈਕਟਰ ਰੇਟ ਹੁੰਦਾ ਉਹਨੂੰ ਮਾਰਕੀਟ ਵੈਲਿਊ ਮਾਰ ਕੇ ਬੈਠੇ ਆ, ਉਹਦੇ ਮੁਤਾਬਕ ਸਾਨੂੰ ਜਿਹੜੇ ਜ਼ਿਆਦਾ ਭੱਤਾ ਦੇ ਰਿਹਾ ਹੈ, ਉਹਦੇ ਦੇ ਮੁਤਾਬਕ ਸਾਨੂੰ ਮੁਆਵਜ਼ਾ ਜਿਹੜਾ ਬਣਾ ਕੇ ਦੇ ਰਿਹਾ। ਸਾਡੀ ਮੰਗ ਵੀ ਇਹੋ ਹੀ ਆ ਕਿ ਜੋ ਉੱਥੇ ਮਾਰਕੀਟ ਰੇਟ ਆ ਉਹਦੇ ਮੁਤਾਬਕ ਸਾਨੂੰ ਜਿਹੜਾ 4 ਗੁਣਾ ਸਾਨੂੰ ਬਣਦਾ ਵਾ ਉਹ 4 ਗੁਣਾ ਸਾਨੂੰ ਦਿੱਤਾ ਜਾਵੇ। ਨੰਬਰ 2 ਤੇ ਜਿਹੜੀ ਆ ਸਾਨੂੰ 4 ਗੁਣਾ ਬਹੁਤ ਘੱਟ ਜਿਹੜਾ ਪੰਜਾਬ ਨੂੰ ਮਿਲ ਰਿਹਾ ਵਾ, ਕਿਉਂਕਿ ਪੰਜਾਬ ਇੱਕ ਬਹੁ ਗਿਣਤੀ ਜਿਹੜਾ ਸੂਬਾ ਵਾ, ਇੱਥੇ ਜਿਹੜੀ ਗਿਣਤੀ ਬਹੁਤ ਜ਼ਿਆਦਾ ਵਾ, ਪਰ ਥੋੜ੍ਹੀ ਦੂਰ ਤੇ ਕਾਰਪੋਰੇਸ਼ਨ, ਥੋੜ੍ਹੀ ਦੂਰ ਤੇ ਨਗਰ ਕੌਂਸਲ, ਨਗਰ ਪੰਚਾਇਤਾਂ ਬੜੀਆਂ ਵਾ। ਉਹਨਾਂ ਦੀ ਡਿਸਟੈਂਸ ਜਿਹੜੀ ਜਿੰਨੀ ਰੱਖੀ ਆ ਉਹਦੇ ਮੁਤਾਬਕ ਪੰਜਾਬ ਦਾ ਅੱਧਾ ਖੇਤਰ ਜਿਹੜਾ ਆਉਂਦਾ ਵਾ ਜਿਹਨੂੰ 4 ਗੁਣਾ ਮੁਆਵਜ਼ਾ ਮਿਲਦਾ ਵਾ, ਨਹੀਂ ਤਾਂ ਤਕਰੀਬਨ ਸਾਰੇ ਨੂੰ 3 ਗੁਣਾ ਜਾਂ 1 ਗੁਣਾ ਜਿਹੜਾ ਮੁਆਵਜ਼ਾ ਮਿਲ ਰਿਹਾ ਹੈ। ਸੈਂਟਰ ਗਵਰਨਮੈਂਟ ਤੱਕ ਗੱਲ ਤੁਸੀਂ ਪਹੁੰਚਾਈ ਸੀ ਆਪਣੀ? ਸਾਡੀ 2 ਵਾਰੀ ਸਾਡੀ ਯੂਨੀਅਨ ਦੀ ਜਿਹੜੀ ਆ ਉਹ ਗਡਕਰੀ ਜੀ ਨਾਲ ਵੀ ਜਿਹੜੀ ਮੀਟਿੰਗ ਹੋਈ ਆ, ਪਰ ਉਹਨਾਂ ਦਾ ਇੱਕੋ ਹੀ ਜਿਹੜਾ ਉਹ ਜਵਾਬ ਹੁੰਦਾ ਸੀ ਵੀ ਸਾਨੂੰ ਜੋ ਪੰਜਾਬ ਸਰਕਾਰ ਕਹਿ ਦੂਗੀ, ਸਾਡੇ ਕੋਲ ਪੈਸਿਆਂ ਦਾ ਕੋਈ ਘਾਟ ਨਹੀਂ ਗੀ, ਸਾਡੇ ਕੋਲ ਫੰਡ ਦਾ ਬਹੁਤ ਜ਼ਿਆਦਾ ਫੰਡ ਹੈ, ਫੰਡ ਦੀ ਸਾਨੂੰ ਕੋਈ ਕਮੀ ਨਹੀਂ ਗੀ, ਪਰ ਜੋ ਸਾਨੂੰ ਪੰਜਾਬ ਸਰਕਾਰ ਕਹਿ ਦੂਗੀ ਅਸੀਂ ਦੇਣ ਨੂੰ ਤਿਆਰ ਆ। ਪਰ ਜਿਹੜੀ ਪੰਜਾਬ ਸਰਕਾਰ ਆ ਉਹ ਜਿਹੜੀ ਆ ਉਹ ਸਾਨੂੰ ਅਸਲ ਨਿਆਂ ਸਾਨੂੰ ਪੰਜਾਬ ਸਰਕਾਰ ਨਹੀਂ ਦੇ ਰਹੀ। ਪਿਛਲੇ ਸਮੇਂ ਦੌਰਾਨ ਵੀ ਜ਼ਮੀਨਾਂ ਅਕਵਾਇਰ ਹੋਈਆਂ ਪਿਛਲੀ ਸਰਕਾਰ ਦੇ ਸਮੇਂ, ਤਾਂ ਉਸ ਸਮੇਂ ਕਿਸਾਨਾਂ ਦੇ ਕੋਈ ਇਸ ਤਰ੍ਹਾਂ ਦੇ ਪ੍ਰੋਟੈਸਟ ਜਿਹੜੇ ਉਹ ਦਿਖਾਈ ਨਹੀਂ ਦਿੱਤੇ ਕਿ ਜਿਹੜਾ ਸਾਨੂੰ ਪੂਰਾ ਮੁਆਵਜ਼ਾ ਨਹੀਂ ਮਿਲਿਆ। ਕੁਝ ਇਲਾਕੇ ਐਸੇ ਵੀ ਨੇ ਪੰਜਾਬ ਦੇ
ਜਿੱਥੇ ਕਿ ਜ਼ਮੀਨਾਂ ਅਕਵਾਇਰ ਹੋਈਆਂ, ਸੈਂਟਰ ਦੇ ਪ੍ਰੋਜੈਕਟ ਲੱਗੇ, ਤਾਂ ਕਿਸਾਨ ਜਿਹੜੇ ਉਹ ਖੁਸ਼ ਦਿਖਾਈ ਦਿੱਤੇ ਵੀ ਠੀਕ ਹੈ, ਸਾਡੀ ਜ਼ਮੀਨ ਦਾ ਉਜਾੜਾ ਜ਼ਰੂਰ ਹੋਇਆ, ਸਾਨੂੰ ਘਰ-ਬਾਰ ਵੀ ਛੱਡਣਾ ਪੈਣਾ, ਦੂਰ ਦਰਾਡੇ ਜ਼ਮੀਨਾਂ ਵੀ ਲੈਣੀਆਂ ਪੈਣੀਆਂ ਨੇ, ਵੀ ਸਰਕਾਰ ਨੇ ਮੁਆਵਜ਼ਾ ਪੂਰਾ ਦਿੱਤਾ ਹੈ। ਤਾਂ ਹੁਣ ਤੁਸੀਂ ਮੁੱਖ ਤੌਰ ਤੇ ਦੋਸ਼ੀ ਕਿਹਨੂੰ ਮੰਨਦੇ ਹੋ ਕਿ ਇਹ ਹਾਲਾਤ ਬਣੇ ਨੇ ਕਿ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਮਿਲ ਰਿਹਾ? ਤੇ ਇਹਦੇ ਲਈ ਮੁੱਖ ਤੌਰ ਤੇ ਦੋਸ਼ੀ ਕੀ ਹੈ? ਕਿ ਕੇਂਦਰ ਸਰਕਾਰ ਕੋਈ ਗੱਲ ਲੁਕੋ ਰਹੀ ਹੈ ਜਾਂ ਕਮੀ ਪੰਜਾਬ ਸਰਕਾਰ ਵਾਲੇ ਪਾਸਿਓਂ ਰਹੀ ਹੈ? ਇਹ ਉਦੋਂ ਮੌਕੇ ਤੇ ਜਦੋਂ ਤੁਸੀਂ ਗੱਲ ਕਰ ਰਹੇ ਜਿਹੜੇ ਪਹਿਲਾਂ ਜਦੋਂ ਜ਼ਮੀਨ ਅਕਵਾਇਰ ਕੀਤੀ ਐਨਐਚਏ ਨੇ 2014 ਦੇ ਵਿੱਚ, ਉਦੋਂ ਕਾਫੀ ਰੋਡ ਬਣਿਆ, ਜਾਂ ਐਨਐਚ ਸਾਡੇ 54 ਬਣਿਆ, ਐਨਐਚ 64 ਬਣਿਆ, ਜਾਂ ਇੱਥੇ ਐਨਐਚ 67 ਬਣਿਆ, ਇੱਥੇ ਜਿਹੜਾ ਜੀਰਕਪੁਰ ਤੋਂ ਬਠਿੰਡੇ ਜਾਂਦਾ ਜੀ। ਉਦੋਂ ਕਾਲੀ ਗਵਰਨਮੈਂਟ ਸਰਕਾਰ ਸੀ, ਉਹਨਾਂ ਨੇ ਮੁਆਵਜ਼ਾ ਜਿਹੜਾ ਉਹ ਮਾਰਕੀਟ ਰੇਟ ਦੇ ਮੁਤਾਬਕ 4 ਗੁਣਾ ਦਿੱਤਾ ਸੀ। ਉਦੋਂ ਕਿਸਾਨ ਸਾਰੇ ਖੁਸ਼ ਸੀ, ਕਿਸੇ ਨੇ ਕੋਈ ਧਰਨਾ ਨਹੀਂ ਲਾਇਆ, ਕਿਸੇ ਨੇ ਕੋਈ ਜਿਹੜਾ ਉਹ ਮੁਜ਼ਾਹਰਾ ਨਹੀਂ ਕੀਤਾ, ਸਾਰੇ ਜਿਹੜੇ ਖੁਸ਼ ਸੀ। ਪਰ ਜਾਣ ਲੱਗੀ ਜਿਹੜੀ ਅਕਾਲੀ ਗਵਰਨਮੈਂਟ ਸਰਕਾਰ ਹੀ 2016 ਦੇ ਵਿੱਚ ਇੱਕ ਅਮੈਂਡਮੈਂਟ ਕਰਕੇ ਗਈ ਆ ਇੱਥੇ ਐਕਟ ਦੇ ਵਿੱਚ ਵੀ ਜਿਹੜਾ ਹੈਗਾ ਵਾ ਜਿਹੜਾ ਮੁਆਵਜ਼ਾ ਜਿਹੜਾ ਦੇਣਾ ਵਾ ਉਹ ਕਲੈਕਟਰ ਰੇਟ ਦੇਣਾ ਵਾ, ਤੇ ਜਿਹੜਾ ਮਲਟੀਪਲਾਈ ਫੈਕਟਰ ਆ ਉਹ ਵੀ ਸਟੇਟ ਦਾ ਲਾਗੂ ਹੁੰਦਾ ਵਾ। ਉਹ ਜਾਣ ਲੱਗੀ ਅਮੈਂਡਮੈਂਟ ਕਰਕੇ ਗਈ ਸੀ ਵੀ ਇੱਕੋ ਜਿਹੜਾ ਕੋਈ ਮਲਟੀਪਲਾਈ ਫੈਕਟਰ ਜਿਹੜਾ ਕਿ ਕਿਸਾਨਾਂ ਨੂੰ ਮਿਲਣਾ ਵਾ, ਪਰ ਉਦੋਂ ਦੀ ਸਰਕਾਰ ਕਰਕੇ ਗਈ ਆ। ਪਰ ਹੁਣ ਜਿਹੜੀ ਸਰਕਾਰ ਹੁਣ ਪੰਜਾਬ ਦੀ ਸਰਕਾਰ ਆ, ਕਾਂਗਰਸ ਸਰਕਾਰ ਆ, ਇਹਦਾ ਫਰਜ਼ ਸੀ ਉਹ ਐਕਟ ਨੂੰ ਜਿਹੜੀ ਉਹਨਾਂ ਅਮੈਂਡਮੈਂਟ ਕੀਤੀ ਆ ਉਹਨੂੰ ਦੁਬਾਰਾ ਅਮੈਂਡਮੈਂਟ ਕਰਕੇ ਜੋ ਉਹਨਾਂ ਦਾ ਹੱਕ ਬਣਦਾ ਵਾ 4 ਗੁਣਾ, ਚਾਹੇ ਰੀਸੈਟਲਮੈਂਟ ਹੈ, ਚਾਹੇ ਰੀਹੈਬਿਲਿਟੇਸ਼ਨ ਆ, ਚਾਹੇ ਹੋਰ ਜਿਹੜੇ ਅਨਾਉਂਸ ਹੈ, ਚਾਹੇ ਉਹ ਉਜਾੜਾ ਇੱਕ ਜਗ੍ਹਾ ਤੋਂ ਉੱਜੜ ਕੇ ਦੂਜੀ ਜਗ੍ਹਾ ਜਾਣਾ ਵਾ, ਉਹਨਾਂ ਜਿਹੜੇ ਖਰਚੇ ਲੜੇ ਆ ਉਹ ਵੀ ਵਿੱਚ ਜਿਹੜੇ ਐਡ ਹੋਣੇ ਚਾਹੀਦੇ ਆ। ਇਹ ਸਰਕਾਰ ਦਾ ਫਰਜ਼ ਸੀ ਕਰਨਾ, ਪਰ ਇਹ ਸਰਕਾਰ ਨੇ ਵੀ ਕੁਝ ਨਹੀਂ ਕੀਤਾ ਜੀ। ਯਾਨੀ ਕਿ ਤੁਹਾਡੇ ਕਹਿਣ ਮੁਤਾਬਕ ਪਿਛਲੀ ਸਰਕਾਰ ਨੇ ਮੁਆਵਜ਼ਾ ਦਿੱਤਾ ਜ਼ਰੂਰ, ਪਰ ਆਖਰ 'ਚ ਆ ਕੇ ਉਹਨਾਂ ਨੇ ਵੀ ਰੂਲ ਜਿਹੜਾ ਹੈ ਉਹ ਬਦਲ ਦਿੱਤਾ, ਜਾਣ ਲੱਗੇ ਰੂਲ ਬਦਲ ਦਿੱਤਾ। ਤਾਂ ਅੱਛਾ, ਹੁਣ ਤੁਸੀਂ ਜਿਹੜੇ ਸੰਘਰਸ਼ ਹੈ ਇਹ ਹੋਰ ਤਿੱਖਾ ਕਰੋਗੇ ਪੂਰਾ ਮੁਆਵਜ਼ਾ ਲੈਣ ਲਈ? ਅੱਗੇ ਤੱਕ ਲੜਾਈ ਜਿਹੜੀ ਹੈ ਜਾਰੀ ਰਹੂਗੀ? ਹਾਂਜੀ ਸਰ, ਸਾਡੀ ਲੜਾਈ ਇਸੇ ਤਰ੍ਹਾਂ ਜਾਰੀ ਰਹੂਗੀ। ਜਿਸ ਤਰ੍ਹਾਂ ਸ਼ੰਭੂ ਬਾਰਡਰ ਬਣਿਆ, ਟਿੱਕਰੀ ਬਾਰਡਰ ਬਣਿਆ, ਜੇ ਸਾਡੀ ਸਰਕਾਰ ਨੇ ਨਾ ਸੁਣਵਾਈ ਕੀਤੀ ਤੇ ਅਸੀਂ ਪੰਜਾਬ ਵੀ ਇਸੇ ਤਰ੍ਹਾਂ ਬਣਾਉਣਾ। ਅਸੀਂ ਇਸ ਜਿੱਥੋਂ ਸਾਡਾ ਸ਼ੁਰੂ ਹੁੰਦਾ ਵਾ ਰੋਡ ਸ਼ੁਰੂ ਹੁੰਦਾ, ਉਸ ਉਧਰੋਂ ਪਟਿਆਲੇ ਤੋਂ ਲੈ ਕੇ ਉਧਰੋਂ ਆਪਣਾ ਜਿਹੜੀ ਆ ਲਾਹੌਰ ਬ੍ਰਾਂਚ ਨਹਿਰ ਆ, ਜਿੱਥੋਂ ਉੱਤਰਦਾ ਜਾ ਕੇ ਉੱਥੇ ਵੀ ਅਸੀਂ ਇਹੋ ਜਿਹੀ ਪੁਲ ਬਣਾਉਣਾ ਜੀ। ਜਿਵੇਂ ਸਾਡੀਆਂ ਜਥੇਬੰਦੀਆਂ ਇੱਥੇ ਬੈਠੀਆਂ ਇਸ ਤਰ੍ਹਾਂ ਇੱਥੇ ਬਹਿਣਗੀਆਂ। ਅਸੀਂ ਆਪਣੀ ਜ਼ਮੀਨਾਂ ਅਕਵਾਇਰ ਨਹੀਂ ਹੋਣ ਦੇਣੀਆਂ। ਸਾਨੂੰ ਚੰਗੇ ਮੁਆਵਜ਼ੇ ਚੰਗੇ ਰੇਟ ਮਿਲਣਗੇ ਤਾਂ ਅਸੀਂ ਬਣਾਉਣ ਦੇਣੀਆਂ, ਨਹੀਂ ਤਾਂ ਨਹੀਂ ਬਣ ਦੇਣੀਆਂ। ਸਾਨੂੰ ਕੁਝ ਵੀ ਕਰਨਾ ਪਏ ਅਸੀਂ ਕਰਾਂਗੇ ਜੀ, ਆਪਣੀ ਜ਼ਮੀਨਾਂ ਨਹੀਂ ਛੱਡਾਂਗੇ। ਸੋ ਇਹ ਸਨ ਕਿਸਾਨ ਜਿਹੜੇ ਕਿ ਇੱਕ ਕੁਝ ਹੋਰ ਕਿਸਾਨ ਕਹਿਣਾ ਚਾਹੁੰਦੇ ਨੇ, ਉਹਨਾਂ ਦੀ ਗੱਲਬਾਤ ਜਿਹੜੀ ਉਹ ਸੁਣ ਲਈਏ। ਅਸੀਂ ਅਖੀਰ ਦੇ ਵਿੱਚ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਵੇਖੋ ਜਿਹੜੀ ਅੱਜ ਕਿਸਾਨ ਆ, ਕਿਸਾਨ ਦੇ ਹਰੇਕ ਸਰਕਾਰ ਜਿਹੜੀ ਆ ਉਹ ਇਸ ਵੇਲੇ ਖਿਲਾਫ ਹੋਈ ਆ। ਕੋਈ ਵੀ ਸਰਕਾਰ ਕਿਸਾਨ ਨੂੰ ਜਿਹੜਾ ਕਿ ਨਹੀਂ ਉਹ ਜਿਹੜਾ ਨਹੀਂ ਸਹੀ ਵਰਤ ਰਹੀ। ਇਹੋ ਐਕਟ ਜੀ ਹੁਣ ਦੇ ਵਿੱਚ ਜਿਹੜੇ ਭਾਰਤਮਾਲਾ ਦੇ ਵਿੱਚ ਐਕਸਪ੍ਰੈਸ ਦੇ ਵਿੱਚ ਸਾਡੇ ਅੰਮ੍ਰਿਤਸਰ ਦੇ ਵਿੱਚ ਇੱਕ ਪਿੰਡ ਆ ਰੱਖ ਚੀਤਾ ਦਾ ਨਾਂ ਜੀ, ਉਹਦੇ ਵਿੱਚ ਇੱਕ ਬਿਊਰੋਕ੍ਰੇਸੀ ਦੀ ਜ਼ਮੀਨ ਆ। ਜ਼ਮੀਨ ਤੇ ਭਾਵੇਂ ਥੋੜੀ ਆਉਂਦੀ ਆ, 5 ਕਨਾਲਾਂ ਦੇ 4 ਮਰਲੇ ਜ਼ਮੀਨ ਆਉਂਦੀ ਆ। ਐਕਟ ਇਹੋ ਹੀ ਆ, ਜੇ ਤੇ ਜਿਹੜੀ ਪ੍ਰਸ਼ਾਸਨ ਆ ਜੇ ਤੇ ਕਿਸਾਨ ਨੂੰ ਮੁਆਵਜ਼ਾ ਦੇਣਾ ਵਾ ਉਦੋਂ ਕਲਮ ਜਿਹੜੀ ਰੁਕ ਜਾਂਦੀ ਆ। ਪਰ ਉਹਨਾਂ ਨੇ ਇੱਕ ਬਿਊਰੋਕ੍ਰੇਸੀ, ਉੱਥੇ ਇੱਕ ਐਸਡੀਐਮ ਇੱਥੇ ਰਹੇ ਸਾਡੇ, ਇੱਕ ਨਾਲ ਕਾਰਪੋਰੇਟ ਘਰਾਣੇ ਦੀ ਜ਼ਮੀਨ ਆ, ਉਹਨਾਂ ਨੂੰ ਤੁਸੀਂ ਸੁਣ ਕੇ ਹੈਰਾਨ ਹੋਗੇ ਵੀ ਉੱਥੇ ਉਹਨਾਂ ਨੇ 7 ਕਰੋੜ 26 ਲੱਖ ਬੇਸਿਕ ਪ੍ਰਾਈਸ ਦਿੱਤਾ ਜੀ ਜ਼ਮੀਨ ਦਾ, ਏਕੜ ਦਾ ਜੀ। ਜੇ ਆਪਾਂ ਮਲਟੀਪਲਾਈ ਫੈਕਟਰ ਲਾ ਕੇ ਹੋਰ ਜਿਹੜੇ ਇੰਟਰਸਟ ਪਾ ਕੇ ਲਾਉਣੇ ਆ ਤੇ ਉਹਨੂੰ 3 ਗੁਣਾ ਮੁਆਵਜ਼ਾ ਮਿਲਿਆ ਜੀ ਉਹਨੂੰ। ਉਹ ਮੰਨ ਲਓ 21 ਕਰੋੜ ਤੇ 76 ਲੱਖ ਰੁਪਈਆ ਜਿਹੜਾ ਉਹ ਬਣਦਾ ਵਾ, ਉਹਦਾ ਮੁਆਵਜ਼ਾ ਬਣਦਾ ਜੀ। ਇੰਟਰਸਟ ਪਾ ਕੇ 23 ਕਰੋੜ ਰੁਪਈਆ ਏਕੜ ਦਾ ਬਣਦਾ ਜੀ। ਜੇ ਬਿਊਰੋਕ੍ਰੇਸੀ ਨੂੰ ਇਹ ਐਕਟ 23 ਕਰੋੜ ਏਕੜ ਦਾ ਦੇ ਸਕਦਾ ਵਾ ਤੇ ਕਿਸਾਨ ਨੂੰ ਕਿਉਂ ਨਹੀਂ ਦੇ ਸਕਦਾ? ਜ਼ਮੀਨ ਤੋਂ ਉਹੀ ਉੱਥੇ ਜ਼ਮੀਨ ਕਿਸਾਨ ਦੀ ਆ ਤੇ ਉੱਥੇ ਬਿਊਰੋਕ੍ਰੇਸੀ ਇਹਦੀ ਇੱਕ ਜਿਹੜੀ ਸਰਕਾਰਾਂ ਵਾ ਉਹ ਕਿਸਾਨ ਦੇ ਬਿਲਕੁਲ ਇਹੋ ਜਿਹੇ ਖਿਲਾਫ ਆ ਜੀ। ਸੋ ਇਹ ਸਨ ਕਿਸਾਨ ਜਿਨ੍ਹਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਸਰਕਾਰਾਂ ਜਿਹੜੀਆਂ ਨੇ ਉਹ ਕਿਸਾਨੀ ਦਾ ਦਰਦ ਨਹੀਂ ਸਮਝ ਰਹੀਆਂ ਅਤੇ ਪੱਖਪਾਤ ਜਿਹੜਾ ਉਹ ਮੁਆਵਜ਼ਾ ਦੇਣ ਵੇਲੇ ਕੀਤਾ ਜਾ ਰਿਹਾ ਹੈ। ਜੇਕਰ ਸਰਕਾਰ ਨੇ ਪੂਰਨ ਮੁਆਵਜ਼ਾ ਦੇਣ ਦੀ ਮੰਗ ਨਾ ਮੰਨੀ ਤਾਂ ਫਿਰ ਟਿੱਕਰੀ, ਸਿੰਘੂ ਅਤੇ ਕਰਨਾਲ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਪੱਕਾ ਮੋਰਚਾ ਜਿਹੜਾ ਹੈ ਉਹ ਲਗਾਇਆ ਜਾਏਗਾ। ਸਾਨੂੰ ਦਿਓ ਇਜਾਜ਼ਤ। ਮੈਂ ਅਰਸ਼ਦੀਪ ਸਿੰਘ, ਕੈਮਰਾਮੈਨ ਜੋਬਨਦੀਪ ਦੇ ਸਿੰਘ, PTN 24 ਮੋਹਾਲੀ।